इस प्रोग्राम ਦੇ ਪ੍ਰਾਯੋਜਕ ਨੇ ਬਿਗ ਬੀ ਇੰਪੋਰਟਸ ਪ੍ਰੀਮੀਅਮ ਕੁਆਲਿਟੀ ਆਰਟੀਫੀਸ਼ੀਅਲ ਟਰਫ ਤੇ ਹਨੀ ਟਰਾਂਸਪੋਰਟ ਕਸਟਮਾਈਜ਼ਡ ਫਰਾਈਟ ਸੋਲੂਸ਼ਨਸ। कोरोना के आंकड़े आस्ट्रेलिया ਵਿੱਚ ਕਿੰਨੇ ਵੱਧ ਰਹੇ ਨੇ ਤੇ ਕਿਹੜੀ ਥਾਂ ਤੇ ਜਿਹੜਾ ਹੁਣ ਸਰਕਾਰ ਦੇ ਵੱਲੋਂ ਲੋਕਡਾਊਨ ਵਧਾਇਆ ਗਿਆ ਹੈ। ਕੰਟੀਨਿਊ कोरोना ਦੇ ਅੰਕੜੇ 300 ਤੋਂ ਉੱਪਰ ਆ ਰਹੇ ਆ, 350 ਤੇ ਪੌਣੇ 400 300। ਇਹ ਬੜੀ ਹੈਰਾਨਕੁਨ ਗੱਲ ਆ। कोरोना ਦੇ ਵਿੱਚ ਜਿਹੜਾ ਲੋਕਾਂ ਦਾ ਰੁਜ਼ਗਾਰ ਚਲਿਆ ਗਿਆ, ਕੰਮ ਬੰਦ ਹੋ ਗਿਆ, ਜਿਹੜੇ ਬਾਹਰਲੇ ਮੁਲਕਾਂ ਦੇ ਜਾਂ ਹੋਰ ਮੁਲਕਾਂ ਦੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਦੇ ਲਈ ਗੁਰਦੁਆਰਾ ਕਮੇਟੀਆਂ ਜਿਹੜੀਆਂ ਸੰਸਥਾਵਾਂ ਨੇ ਕਿਸ ਤਰ੍ਹਾਂ ਦੇ ਲੰਗਰ ਦੇ ਲਈ ਪ੍ਰਬੰਧ ਕਰ ਰਹੀਆਂ ਨੇ, ਹੋਰ ਕਿਹੜੀਆਂ ਚੀਜ਼ਾਂ ਦੇ ਰਾਹੀਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੀ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਕੋਈ ਮਾਪੇ ਉਹਨਾਂ ਦੇ ਆਏ ਹੋਏ ਆ, ਵਿਜ਼ਟਰ ਆ ਜਾਂ ਅਫੋਰਡ ਨਹੀਂ ਕਰ ਸਕਦੇ, ਪਲੀਜ਼ ਉਹ ਫੋਨ ਚੱਕ ਕੇ ਫੋਨ ਕਰਿਆ ਕਰੋ, ਉਹ ਤੁਹਾਨੂੰ ਡਿਲੀਵਰ ਕਰ ਗੁਰਦੁਆਰੇ ਵਾਲੇ ਤੁਹਾਡੇ ਘਰਾਂ 'ਚ ਆ ਕੇ ਡਿਲੀਵਰ ਕਰ ਦੇਣਗੇ। ਸੰਯੁਕਤ ਕਿਸਾਨ ਮੋਰਚੇ ਨੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਚੱਲੇਗਾ ਉਦੋਂ ਤੱਕ ਅਸੀਂ ਚੋਣਾਂ ਬਾਰੇ ਸੋਚ ਵੀ ਨਹੀਂ ਸਕਦੇ। ਸਾਡਾ ਏਜੰਡਾ ਸਿਰਫ ਅੰਦੋਲਨ, ਖੇਤੀ ਕਾਨੂੰਨ ਰੱਦ ਕਰਨਾ, ਅੰਦੋਲਨ ਦੀ ਜਿੱਤ ਹੀ ਆ। ਪਹਿਲਾਂ ਮੈਂ ਇਸ ਗੱਲ ਨਾਲ ਸਹਿਮਤ ਆ, ਅਸੀਂ ਇੱਧਰੋਂ ਵੀ ਸਾਰੇ ਸਹਿਮਤ ਆ ਬਈ ਪਹਿਲੀ ਗੱਲ ਤਾਂ ਮੋਰਚਾ ਹੀ ਆ, ਕਿਸਾਨ ਮੋਰਚਾ। ਬਿਲਕੁਲ। ਪਰ ਕਿਸਾਨ ਮੋਰਚੇ ਦਾ ਜੇ ਤੁਸੀਂ ਇਹਦੇ ਵਿੱਚ ਮੈਂ ਸੱਚ ਕਹਿ ਦਿਆਂ, ਹਰੇਕ ਜਥੇਬੰਦੀ ਦਾ ਕਿਤੇ ਨਾ ਕਿਤੇ ਰਾਜਨੀਤਿਕ ਲਿੰਕ ਹੈਗਾ ਕਿ ਨਹੀਂ ਹੈਗਾ। ਤੁਸੀਂ ਨੇ ਕਿਹਾ ਵੀ 3 ਸਾਲ ਬਾਅਦ ਚੋਣ ਹੋਣੀ ਚਾਹੀਦੀ ਆ ਇੰਡੀਆ ਦੇ ਵਿੱਚ, ਪੰਜਾਬ ਦੀ ਸਟੇਟ 'ਚ ਹਰ ਕਿਤੇ, ਪਰ ਚੋਣਾਂ ਦੇ ਵਿੱਚ ਦਾ ਪੈਸਾ ਜਿਹੜਾ ਪਾਣੀ ਵਾਂਗ ਵਹਾਇਆ ਜਾਂਦਾ, ਕਰੋੜਾਂ ਅਰਬਾਂ ਰੁਪਏ ਜਿਹੜਾ ਚੋਣਾਂ 'ਚ ਲੱਗਦਾ, ਜੇ ਕਿ 3 ਸਾਲ ਬਾਅਦ ਇਹ ਚੋਣਾਂ ਹੋਣਗੀਆਂ ਤਾਂ ਫਿਰ ਮੁਲਕ ਫਿਰ ਕਰਜ਼ਾਈ ਹੋ ਜਾਏਗਾ। ਪੈਸਾ ਤਾਂ ਇਹਨਾਂ ਨੇ ਇਸ ਵੇਲੇ ਤੋਂ ਲੋਕਾਂ ਨੂੰ, ਜਿਹੜਾ ਮੋਦੀ ਸਾਹਿਬ ਨੇ ਜਿਹੜਾ ਉਦੋਂ ਇਕੱਠਾ ਕੀਤਾ ਸੀ ਜਿਹੜੇ ਨੋਟਬੰਦੀ ਕਰਕੇ, ਉਹ ਲੋਕਾਂ ਨੂੰ ਹੁਣ ਦੇਣਾ ਚਾਹੀਦਾ ਆ। ਜੇ ਉਹੀ ਦੇ ਦਿੱਤਾ ਜਾਵੇ ਲੋਕਾਂ ਦੀ ਥੋੜੀ ਜਿਹੀ ਇਕਨੋਮੀ 'ਚ ਸਾਹ ਪੈ ਜਾਊਗਾ। ਖਬਰਾਂ ਸਾਹਮਣੇ ਆ ਵੀ ਕੱਪੜੇ ਪਾੜੇ ਗਏ, ਬੇਸ਼ੱਕ ਉਹਨਾਂ ਵਿੱਚ ਗੁੱਸਾ ਹੈਗਾ ਪਰ ਉਹਨਾਂ ਨੂੰ ਆਪਣੇ ਜਿਹੜੇ ਗੁੱਸੇ ਤੇ ਕੰਟਰੋਲ ਰੱਖਣਾ ਪਊਗਾ। ਤੁਸੀਂ ਕਦੀ ਵੀ ਇਹਨਾਂ ਨੂੰ ਖੁੱਲੇ ਛੱਡੋ, ਆਪਣਾ ਪ੍ਰੋਟੈਸਟ ਕਰੋ, ਇਹ ਆਪ ਹੀ ਘਰ ਵੜ ਜਾਣਗੇ। ਚਲੋ ਆਪਣੀਆਂ ਮੰਗਾਂ ਇਹਨਾਂ ਨੂੰ ਇਦਾਂ ਦੇ ਕੁਐਸਚਨ ਕਰੋ, ਨਾ ਕਿ ਇਹਨਾਂ ਦੇ ਭਰਮ ਜਾਲ ਦੇ ਵਿੱਚ ਆਉਣਾ। ਕਰਨੈਲ ਜੀ, ਸਿੱਖ ਵਿਦਿਆਰਥੀਆਂ ਦੀ ਕਿਰਪਾਨ ਦਾ ਮਸਲਾ ਬੇਸ਼ੱਕ ਹੱਲ ਹੋ ਗਿਆ, ਕੋਈ ਉੱਥੇ ਜਥੇਬੰਦੀਆਂ ਦੇ ਵੱਲੋਂ ਵੀ ਪਾਲਿਸੀ ਬਣਾਈ ਗਈ ਆ, ਜਿੱਦਾਂ ਅਮਰੀਕਾ ਦੀ ਤਰਜ਼ ਤੇ, ਕੈਨੇਡਾ ਦੀ ਤਰਜ਼ ਤੇ ਵੀ ਜੇ ਕੋਈ ਪੱਗ ਦੀ ਕੋਈ ਬੇਅਦਬੀ ਕਰਦਾ ਜਾਂ ਕਿਸੇ ਕਕਾਰ ਦੀ ਜਾਂ ਕਿਸੇ ਨੂੰ ਕੋਈ ਕਮੈਂਟ ਕਰਦਾ, ਉਹਦੇ ਉੱਤੇ ਸਖਤ ਫਾਈਨ ਕੀਤਾ ਜਾਂਦਾ। ਅਸੀਂ ਗਵਰਨਮੈਂਟ ਨੂੰ ਇਹਦੇ ਨਾਲ ਵੀ ਚੱਲਾਂਗੇ ਵੀ ਜੇ ਇੱਦਾਂ ਦੀ ਕੋਈ ਗੱਲ ਕਰਦਾ ਉਹਨੂੰ ਸਟੇਟ ਵੇ ਜਿਹੜਾ ਬੁਲਿੰਗ ਕਰਦਾ ਉਹਨੂੰ ਫਾਈਨ ਕਰ ਦਿੱਤਾ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਆਸਟ੍ਰੇਲੀਆ ਡਾਇਰੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਜਿਹੜੇ ਮੁੱਦੇ ਨੇ, ਚਾਹੇ ਉਹ ਕਰੋਨਾ ਦਾ ਹੋਵੇ, ਚਾਹੇ ਫਿਰ ਕਿਰਪਾਨ ਵਾਲਾ ਮਸਲਾ ਹੋਵੇ, ਚਾਹੇ ਫਿਰ ਉੱਥੇ ਜਿਹੜੇ ਆਸਟ੍ਰੇਲੀਆ ਦੇ ਸਟੂਡੈਂਟ ਨੇ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਫਸ ਚੁੱਕੇ ਨੇ, ਉਹਨਾਂ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਿੱਧਾ ਆਸਟ੍ਰੇਲੀਆ ਤੋਂ ਲਾਈਵ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕਰਨੈਲ ਜੀ, ਗਲੋਬਲ ਪੰਜਾਬ TV ਦੇ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਗਲੋਬਲ ਪੰਜਾਬ ਦੇ ਦਰਸ਼ਕਾਂ ਨੂੰ ਜੀ। ਕਰਨੈਲ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਰੋਨਾ ਦੇ ਅੰਕੜੇ ਆਸਟ੍ਰੇਲੀਆ ਵਿੱਚ ਕਿੰਨੇ ਵੱਧ ਰਹੇ ਨੇ ਤੇ ਕਿਹੜੀ ਥਾਂ ਤੇ ਜਿਹੜਾ ਹੁਣ ਸਰਕਾਰ ਦੇ ਵੱਲੋਂ ਲੋਕਡਾਊਨ ਵਧਾਇਆ ਗਿਆ ਹੈ? ਦੇਖੋ, ਮੈਲਬੌਰਨ ਦੇ ਵਿੱਚ 1 ਵੀਕ ਦਾ ਲੋਕਡਾਊਨ ਸੀਗਾ, ਉਹ ਵੀ 1 ਵੀਕ ਦੇ ਲਈ ਹੋਰ ਅੱਗੇ ਕਰ ਦਿੱਤਾ ਗਿਆ। ਪਰ ਸਿਡਨੀ ਦੇ ਵਿੱਚ ਜਿਹੜਾ ਲੋਕਡਾਊਨ, ਕਿਉਂਕਿ ਕੰਟੀਨਿਊ ਕਰੋਨਾ ਦੇ ਅੰਕੜੇ 300 ਤੋਂ ਉੱਪਰ ਆ ਰਹੇ ਆ, 350 ਤੇ ਪੌਣੇ 400 300। ਇਹ ਬੜੀ ਹੈਰਾਨਕੁਨ ਗੱਲ ਆ ਕਿ ਲੋਕਡਾਊਨ ਲੱਗਾ ਹੋਣ ਦੇ ਬਾਵਜੂਦ ਵੀ ਇੰਨੇ ਜਿਹੜੇ ਆ ਉਹ ਕੇਸ ਹੋਰ ਆ ਰਹੇ ਹੋਣ ਦੇ ਬਾਵਜੂਦ, ਇਸ ਕਰਕੇ ਲੋਕਡਾਊਨ ਦਾ ਡਰ ਹੈ। ਸਾਡੇ PM ਨੇ ਵੀ ਕਿਹਾ ਹੋ ਸਕਦਾ ਹੈ ਕ੍ਰਿਸਮਸ ਤੱਕ ਵੀ ਜਾ ਸਕਦਾ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਪੂਰਾ ਇhtiyਾਤ ਰੱਖੋ, ਪੂਰੇ ਗਵਰਨਮੈਂਟ ਦੇ ਸਟੇ ਐਟ ਆਰਡਰ ਹੁਕਮਾਂ ਨੂੰ ਮੰਨਦੇ ਰਹੋ। ਤੇ ਮੈਂ ਇੱਥੇ ਬੇਨਤੀ ਕਰਦਾ, ਹਰੇਕ ਘਰ ਦੇ ਵਿੱਚ ਆਕਸੀਮੀਟਰ ਜ਼ਰੂਰ ਹੋਣਾ ਚਾਹੀਦਾ ਆ। ਤੇ ਜਿਹੜੀਆਂ ਸਟੀਮ ਵਾਲੀਆਂ ਕੈਟਲ ਆ ਉਹ ਬੜਾ ਕੰਮ ਕਰਦੀਆਂ, ਸਟੀਮ ਵਾਲੀਆਂ ਕੈਟਲ ਵੀ ਹੋਣੀ ਚਾਹੀਦੀਆਂ। ਜਿੰਨੀ ਵੀ ਇhtiyਾਤ ਵਰਤ ਸਕਦੇ ਆ ਘਰਾਂ ਦੇ ਵਿੱਚ। ਇੱਕ ਬੇਨਤੀ ਮੈਂ ਇੱਥੇ ਹੋਰ ਕਰ ਦੇਣੀ ਚਾਹੁੰਦਾ ਆ ਵੀ ਜਿੱਦਾਂ ਲੋਕਾਂ ਨੇ ਘਰਾਂ ਦੇ ਵਿੱਚ, ਸਾਡੇ ਇੱਥੇ ਕੁਲਦੀਪ ਜੀ ਬਹੁਤ ਸਾਰੇ ਪੰਜਾਬੀਆਂ ਨੇ ਜਾਂ ਹੋਰ ਲੋਕਾਂ ਨੇ ਥੀਏਟਰ ਰੂਮ ਬਣਾਏ ਹੋਏ ਆ। ਇੱਥੇ ਹੁਣ ਸਮਾਂ ਇਦਾਂ ਦਾ ਆ ਰਿਹਾ ਆ, ਸ਼ਾਇਦ ਮੈਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ। ਘਰ ਦੇ ਵਿੱਚ 1 ਰੂਮ ਜਿਹੜਾ ਆ ਇਹਨਾਂ ਦੇ ਫਿਊਚਰ ਦੇ ਵਿੱਚ ਜਿੱਦਾਂ ਦੇ ਬਿਮਾਰੀਆਂ ਆਉਂਦੀਆਂ ਇਨ ਦਾ ਫਿਊਚਰ, ਐਨਵਾਇਰਮੈਂਟਲੀ ਵੀ 1 ਕਮਰਾ ਫਸਟ ਏਡ ਦਾ ਰੂਮ ਬਣਾ ਲੈਣਾ ਚਾਹੀਦਾ ਮੇਰੇ ਖਿਆਲ 'ਚ, ਕਿਉਂਕਿ ਉਹਦੇ ਵਿੱਚ ਆਕਸੀਜਨ ਵੀ ਹੋਵੇ, ਸਾਰਾ ਕੁਝ ਹੋਵੇ ਘਰਾਂ ਦੇ ਵਿੱਚ ਹੀ।
ਕਿਉਂਕਿ ਹਸਪੀਟਲਾਂ ਦੇ ਵਿੱਚ ਜਾਣ ਲਈ ਵੀ ਬੜਾ ਪ੍ਰੋਬਲਮ ਆਉਂਦੀ ਆ। ਸਾਰੇ ਕਿਤੇ ਇਹ ਇਦਾਂ ਦਾ ਵਰਲਡ ਸ਼ੁਰੂ ਹੋਣ ਜਾ ਰਿਹਾ ਜੀ। ਇਹਨੂੰ ਮੱਦੇਨਜ਼ਰ ਹੀ ਰੱਖਦਿਆਂ ਮੈਂ ਨਾਲ ਹੋਰ ਵੀ ਅਪਡੇਟ ਕਰਦਿਆਂ ਵੀ ਨਿਊਜ਼ੀਲੈਂਡ ਵਾਲਿਆਂ ਨੇ ਆਸਟ੍ਰੇਲੀਆ ਦੇ ਕਰੋਨਾ ਨੂੰ ਦੇਖਦਿਆਂ ਉਹਨਾਂ ਨੇ ਵੀ ਸਖਤੀ ਕਰ ਦਿੱਤੀ ਆ। ਉਹਨਾਂ ਨੇ ਵੀ ਜਦੋਂ ਵੀ ਕਹਿੰਦੇ ਕੋਈ ਇੱਕ ਵੀ ਕੇਸ ਆਊਗਾ ਜਾਂ ਕੁਝ ਵੀ ਆਊਗਾ, ਉਸ ਏਰੀਆ ਨੂੰ ਸੇਮ ਟਾਈਮ ਤੇ ਫਟਾਫਟ ਲੋਕਡਾਊਨ ਕਰ ਦਿੱਤਾ ਜਾਊਗਾ। ਸੋ ਐਵਰੀਵੇਅਰ ਇਹ ਜਿਹੜੀ ਮਹਾਮਾਰੀ ਆ ਹਾਲੇ ਪੂਰੇ ਕੰਟਰੋਲ 'ਚ ਨਹੀਂ ਆ ਰਹੀ। ਇੱਥੇ ਇੱਕ ਹੋਰ ਕੰਮ ਦੱਸਣ ਵਾਲੀ ਗੱਲ ਜ਼ਰੂਰਤ ਇਹ ਆ ਵੀ ਇੱਥੇ ਫਰੰਟ ਲਾਈਨ ਤੇ ਜਿਹੜੇ ਹੈਲਥ ਦੇ ਵਿੱਚ ਵਰਕਰ ਕੰਮ ਕਰਦੇ ਆ, ਉਹਨਾਂ ਦੇ 2 ਸ਼ਾਟਸ ਲੱਗਿਆ ਹੋਣ ਦੇ ਬਾਵਜੂਦ, 2 ਫਾਈਜ਼ਰ ਲੱਗੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੋਜ਼ਿਟਿਵ ਆ ਜਾਂਦਾ ਆ। ਹੁਣ ਗਵਰਨਮੈਂਟ ਇਹ ਕਹਿ ਰਹੀ ਆ ਵੀ ਸ਼ਾਇਦ 3 ਜਿਹੜੇ ਸ਼ੂਟਸ ਲਾਉਣੇ ਜ਼ਰੂਰੀ ਹੋ ਜਾਣਗੇ। ਸੋ ਇੱਥੇ ਬੜੀ ਇਸ ਗੱਲ ਦੀ ਚਿੰਤਾ ਪਾਈ ਜਾ ਰਹੀ ਹੈ ਜੀ। ਕਰਨੈਲ ਜੀ, ਚਿੰਤਾ ਤਾਂ ਵੱਧਦੀ ਜਾ ਰਹੀ ਆ। ਕਿੰਨੇ ਅੰਕੜੇ ਆ ਰਹੇ ਨੇ ਜਿਹੜੇ ਹਰ ਰੋਜ਼ ਦੇ, ਜੇਕਰ ਆਪਾਂ ਅੰਕੜਿਆਂ ਦੀ ਗੱਲ ਕੀਤੀ ਜਾਵੇ, ਕਿੰਨੇ ਅੰਕੜੇ ਸਾਹਮਣੇ ਆ ਰਹੇ ਨੇ? ਦੂਜਾ, ਸਰਕਾਰ ਵੈਕਸੀਨ ਦੇ ਲਈ ਕੀ ਪ੍ਰਬੰਧ ਕਰ ਰਹੀ ਆ? ਕਿਸ ਤਰ੍ਹਾਂ ਕਿਹੜੀ ਕੰਪਨੀ ਦੀ ਵੈਕਸੀਨ ਜਿਹੜੀ ਹੁਣ ਆਸਟ੍ਰੇਲੀਆ ਦੇ ਵਿੱਚ ਲੱਗ ਰਹੀ ਹੈ? ਹਾਂਜੀ, ਇਹ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸ ਰਿਹਾ, ਜਿੱਦਾਂ 342 ਸਿਡਨੀ ਦੇ ਕੱਲੀ ਦੇ, ਏਦਾਂ ਹੀ ਜਿਹੜੇ 10 ਜਾਂ 15 ਮੈਲਬੌਰਨ 'ਚ, ਜੇ ਹੁਣ 2-4 ਵੀ ਆ ਜਾਂਦੇ ਤਾਂ ਉੱਥੇ ਦੀ ਸਟੇਟ ਫਟਾਫਟ ਲੋਕਡਾਊਨ ਨੂੰ ਲਾ ਦਿੰਦੀ ਆ। ਕਿਉਂਕਿ ਜਿਹੜਾ ਡੈਲਟਾ ਇਹ ਹੈਗਾ ਬੈਰੀਅਰ, ਇਹ ਬੜਾ ਮਾਰੂ ਆ, ਬਹੁਤ ਸ਼ਾਰਪ ਐਕਸ਼ਨ ਕਰਦਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈਗੇ ਵੈਕਸੀਨ ਦੀ, ਫਾਈਜ਼ਰ ਨੂੰ ਲੋਕੀ ਪ੍ਰੈਫਰ ਦਿੰਦੇ ਆ, ਪਰ ਹੁਣ ਤਾਂ ਲੋਕਾਂ ਨੇ ਇਹ ਵੀ ਕਹਿਤਾ ਕਿ ਐਸਟਰਾਜੈਨਿਕਾ ਨੂੰ ਪਹਿਲਾਂ ਪ੍ਰੈਫਰ ਨਹੀਂ ਕਰਦੇ ਸੀ, ਪਰ ਉਹ ਵੀ ਹੁਣ ਕਹਿ ਰਹੇ। ਹੁਣ ਮੋਡਰਨਾ ਇੱਕ ਨਵਾਂ ਆ, ਉਹਦੇ ਵਿੱਚ ਉਹਦਾ ਇੱਕੋ ਹੀ ਸ਼ਾਟ ਲਾਉਣਾ ਪੈਂਦਾ, ਉਹ ਗਵਰਨਮੈਂਟ ਅਵੇਲੇਬਲ ਹੋ ਜਾਣਾ 2 ਵੀਕ ਦੇ ਵਿੱਚ ਅਵੇਲੇਬਲ ਹੋ ਜਾਣਾ। ਤੇ ਇਸ ਕਰਕੇ ਸਾਰਿਆਂ ਨੂੰ ਇਹ ਲਾਉਣਾ ਬਹੁਤ ਜ਼ਰੂਰੀ ਹੋ ਗਿਆ। ਬੱਚਿਆਂ ਲਈ ਵੀ ਹੁਣ ਇਹ ਬੜਾ ਚਿੰਤਾ ਦਾ ਵਿਸ਼ਾ ਹੋ ਗਿਆ ਵੀ ਬੱਚਿਆਂ ਦੇ ਵੀ ਇਹ ਲਾਉਣਾ ਪੈਣਾ ਹੈ ਜੀ। ਇਸ ਤੋਂ ਇਲਾਵਾ ਕਰੋਨਾ ਦੇ ਵਿੱਚ ਜਿਹੜਾ ਲੋਕਾਂ ਦਾ ਰੁਜ਼ਗਾਰ ਚਲਿਆ ਗਿਆ, ਕੰਮ ਬੰਦ ਹੋ ਗਿਆ, ਜਿਹੜੇ ਬਾਹਰਲੇ ਮੁਲਕਾਂ ਦੇ ਜਾਂ ਹੋਰ ਮੁਲਕਾਂ ਦੇ ਜਿਹੜੇ ਲੋਕ ਉੱਥੇ ਰਹਿੰਦੇ ਨੇ, ਉਹਨਾਂ ਦੇ ਲਈ ਗੁਰਦੁਆਰਾ ਕਮੇਟੀਆਂ ਜਿਹੜੀਆਂ ਸੰਸਥਾਵਾਂ ਨੇ ਕਿਸ ਤਰ੍ਹਾਂ ਦੇ ਲੰਗਰ ਦੇ ਲਈ ਪ੍ਰਬੰਧ ਕਰ ਰਹੀਆਂ ਨੇ? ਹੋਰ ਕਿਹੜੀਆਂ ਚੀਜ਼ਾਂ ਦੇ ਰਾਹੀਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੀ? ਹੁਣ ਤੁਸੀਂ ਦੇਖੋ, ਚੀਜ਼ਾਂ ਦੀ ਗੱਲ ਕੀਤੀ, ਬਹੁਤ ਚੰਗੀ ਗੱਲ ਆ। ਸਾਡੇ ਗਲੈਨਵੁੱਡ ਗੁਰਦੁਆਰਾ ਸਾਹਿਬ ਨੇ ਤਾਂ ਇਹ ਵੈਕਸੀਨ ਫਾਈਜ਼ਰ ਦਾ ਪਹਿਲਾਂ ਬੁੱਕ ਕਰਾਇਆ ਸੀ, ਜਿਹਦੀ ਕਿ ਸੈਕੰਡ ਡੋਜ਼ ਜਿਹੜੀ ਅੱਜ ਲੱਗਣੀ ਆ। ਅੱਜ ਮਤਲਬ ਅੱਜ ਥਰਸਡੇ ਹੈਗਾ ਆ ਉਹ, ਪਰ ਅੱਗੋਂ ਪਰਮਿਸ਼ਨ ਨਹੀਂ ਦੇ ਰਹੇ ਲੋਕਡਾਊਨ ਹੋਣ ਕਰਕੇ। ਗੁਰਦੁਆਰੇ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਬਹੁਤ ਹੀ ਅਸੀਂ ਗੁਰਦੁਆਰਾ ਕਮੇਟੀ ਐਸੇ ਦੇ ਐਪਰੀਸ਼ੀਏਟ ਕਰਦੇ ਆ। ਤਾਂ ਬਾਕੀ ਗੁਰਦੁਆਰੇ ਜਿਹੜੇ ਆ ਟੇਕ ਵੇ ਜਿਹੜਾ ਬੰਦ ਡੱਬਾ ਲੰਗਰ ਆ, ਜਿੱਦਾਂ ਟੋਰਾ ਮਾਰਾ ਗੁਰਦੁਆਰਿਆਂ ਨੇ ਸਪੈਸ਼ਲੀ, ਉਹਨਾਂ ਨੇ ਵੀ ਐਤਕੀ ਭੇਜੀ ਆ ਨਿਊਜ਼ ਤੇ ਆਪਣੇ ਟਰਬਨ ਫॉर ਆਸਟ੍ਰੇਲੀਆ ਵਾਲੇ ਜਿਹੜੀ ਮੋਬਾਈਲ ਬੈਨ ਹੈ ਉਹਨਾਂ ਦੀ, ਉਹ ਪਹਿਲਾਂ ਵੀ ਬਹੁਤ ਜਗ੍ਹਾ ਤੇ ਜਾ ਕੇ ਈਵਨ ਹੈਲੀਕਾਪਟਰ ਤੇ ਵੀ ਉਹਦੇ ਜਿਹੜੇ ਸਿੰਘ ਆ ਨਾਲ ਜਿੰਨੇ ਵੀ ਉਹਨਾਂ ਦੇ ਹੈਗੇ ਆ, ਤੇ ਬਾਕੀ ਉਹ ਸਾਰੇ ਉਹ ਸੇਵਾ ਕਰਦੇ ਰਹਿੰਦੇ ਆ। ਨਾਲ ਹੀ ਡਰਾਈ ਜਿਹੜਾ ਰਸਦੇ ਆ, ਮੈਂ ਇੱਥੇ ਬੇਨਤੀ ਕਰੂੰਗਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਕੋਈ ਮਾਪੇ ਉਹਨਾਂ ਦੇ ਆਏ ਹੋਏ ਆ, ਵਿਜ਼ਟਰ ਆ ਜਾਂ ਅਫੋਰਡ ਨਹੀਂ ਕਰ ਸਕਦੇ, ਪਲੀਜ਼ ਉਹ ਫੋਨ ਚੱਕ ਕੇ ਫੋਨ ਕਰਿਆ ਕਰੋ। ਉਹ ਤੁਹਾਨੂੰ ਡਿਲੀਵਰ ਕਰ, ਗੁਰਦੁਆਰੇ ਵਾਲੇ ਤੁਹਾਡੇ ਘਰਾਂ 'ਚ ਆ ਕੇ ਡਿਲੀਵਰ ਕਰ ਦੇਣਗੇ। ਕਿਸੇ ਵੀ ਗੁਰਦੁਆਰੇ ਨੂੰ ਰਿੰਗ ਤੁਸੀਂ ਕਰੋ, ਹਰ ਤਰ੍ਹਾਂ ਦੀ ਸਹਾਇਤਾ ਲਈ ਉਹ ਤੁਹਾਡੇ ਲਈ ਖੜੇ ਨੇ ਹਰ ਵੇਲੇ ਜੀ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਗੁਰਨਾਮ ਸਿੰਘ ਚੜੂਨੀ ਦੀ। ਗੁਰਨਾਮ ਸਿੰਘ ਚੜੂਨੀ ਦੇ ਬਾਰੇ ਚਰਚਾ ਚੱਲੀ ਸੀ ਕਿ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਜਾਂ ਉਹਨਾਂ ਨੇ ਕੋਈ ਪਾਰਟੀ ਬਣਾ ਲਈ ਆ, ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਵੀਡੀਓ ਜਾਰੀ ਕਰਕੇ ਕਿ ਨਾ ਤਾਂ ਉਹ ਪੰਜਾਬ ਦੇ ਵਿੱਚ ਚੋਣਾਂ ਲੜਨਗੇ, ਨਾ ਹੀ ਉਹ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨੇ। ਉਹਨਾਂ ਨੇ ਕਿਹਾ ਕਿ ਉਹ ਡਟ ਕੇ ਕਿਸਾਨ ਅੰਦੋਲਨ ਦੇ ਨਾਲ ਖੜਨਗੇ। ਪਰ ਕਰਨੈਲ ਜੀ, 2022 ਦੀਆਂ ਚੋਣਾਂ ਦੇ ਮੱਦੇਨਜ਼ਰ ਕੋਈ ਉੱਥੇ ਦੀਆਂ ਜਥੇਬੰਦੀਆਂ ਨੇ ਕੋਈ ਮਤਾ ਪਾਸ ਕੀਤਾ ਹੈ ਜੋ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਚੋਣਾਂ? ਦੇਖੋ, ਇਹਦੇ ਵਿੱਚ ਕੋਈ ਇਹ ਸਿੱਧੇ ਤੌਰ ਤੇ ਰਾਜਨੀਤੀ ਦੀ ਹੈਲਪ ਕਰਨਾ ਜਾਂ ਉਹਨਾਂ ਤੋਂ ਮੰਗਣ ਨਾਲੋਂ ਜਦੋਂ ਪਾਵਰ ਵਿੱਚ ਆ ਜਾਂਦੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਥੇ ਪੰਜਾਬ ਦੀ ਆਮ ਪਬਲਿਕ ਨੂੰ, ਖਾਸ ਕਰਕੇ ਕਿਸਾਨਾਂ ਨੂੰ ਵੀ, ਮਜ਼ਦੂਰਾਂ ਨੂੰ ਵੀ, ਜਿੱਦਾਂ ਹੁਣ ਗੱਲ ਤਾਂ ਇਹ ਸੀ ਕਿ ਟ੍ਰੇਡ ਜਿਹੜੀ ਆ, ਟ੍ਰੇਡ ਦੇ ਵਿੱਚ ਉਹਨਾਂ ਨੇ ਲੁਧਿਆਣੇ ਜਾਂ ਜੋ ਵੀ ਸੰਸਥਾ ਬਣਾਈ ਆ, ਜੇ ਉਹਦੀ ਸਪੋਰਟ ਕਰ ਦਿੱਤੀ ਜਾਂ ਕੋਈ ਉਹਦੇ ਵਿੱਚ ਥੋੜੇ ਬਹੁਤੇ ਭਿੰਨ ਭੇਦ ਆਏ ਆ, ਪਰ ਇੱਥੇ ਬੇਨਤੀ ਕਰਾਂਗੇ ਕਿ ਅਸੀਂ ਸੰਯੁਕਤ ਮੋਰਚੇ ਨੂੰ ਇਕੱਠੇ ਹੋ ਕੇ ਉਹ ਇੱਧਰਲਾ ਖਿਆਲ ਜ਼ਰੂਰ ਰੱਖਣ, ਕਿਉਂਕਿ ਰਾਜ ਜੋਗ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਇਹਨਾਂ ਦਾ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਇਤਿਹਾਸ ਦੇਖਿਆ ਜਾਵੇ ਤਾਂ ਦੁਨੀਆ ਭਰ ਤੇ ਉੱਤੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਦਾ ਸੰਬੰਧ ਜਿਹੜਾ ਆ ਦ੍ਰਿਸ਼ਟੀ ਗੋਚਰ ਹੁੰਦਾ ਹੀ ਆਇਆ ਆ, ਕਿਉਂਕਿ ਇਹਦੇ ਨਾਲ ਹੀ ਤੁਸੀਂ ਪਾਵਰ ਦੇ ਵਿੱਚ ਆ ਸਕਦੇ ਆ। ਜੇ ਤੁਸੀਂ ਨਹੀਂ ਤਾਂ 40 ਸਾਲ ਤੋਂ ਜਾਂ 35 ਸਾਲ ਤੋਂ ਡੀਸੀ ਦੇ ਦਫ਼ਤਰ ਮੂਹਰੇ
ਕਦੀ ਕਿਸੇ ਦੇ ਐਸਡੀਐਮ ਦੇ ਦਫ਼ਤਰ ਵਿੱਚ ਧਰਨੇ ਮਾਰੀ ਜੋ, ਤੁਹਾਡੀ ਕਿਸੇ ਨਾਲੋਂ ਮੰਗਣ ਨਾਲੋਂ ਮੰਗਤੇ ਬਣ ਨਾਲੋਂ ਆਪ ਪਾਵਰ ਚ ਆਉਣਾ ਕੋਈ ਮਾੜੀ ਗੱਲ ਨਹੀਂ ਹੈਗੀ। ਕਿਉਂਕਿ ਤੁਸੀਂ ਦੇਖਿਆ ਜਾਵੇ ਤਾਂ ਸਾਰੀਆਂ ਜਥੇਬੰਦੀਆਂ ਨੇ ਬੰਗਾਲ ਵਿੱਚ ਜਾ ਕੇ ਸਪੋਰਟ ਕੀਤੀ ਆ, ਪਰ ਜੇ ਚਡੂਨੀ ਸਾਹਿਬ ਨੇ ਜਾਂ ਹੋਰ ਕਿਸੇ ਨੇ ਖਿਆਲ ਦੇ ਵੀ ਦਿੱਤਾ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਇਹ ਆ ਬੇਨਤੀ ਵੀ ਸਾਰੇ ਸਾਂਝੇ ਤੌਰ ਤੇ ਫੈਸਲਾ ਲਓ। ਸੰਯੁਕਤ ਰਾਸ਼ਟਰ ਜਿਹੜਾ ਤੁਹਾਡਾ ਮੋਰਚਾ, ਉਹਦੇ ਵੱਲੋਂ ਸਾਰਾ ਕੁਝ ਉਹਦੇ ਵਿੱਚ ਪਾਸ ਹੋਣਾ ਚਾਹੀਦਾ ਬੰਦ ਕਮਰੇ 'ਚ। ਪਰ ਇਹਦੇ ਵਿੱਚ ਕਿਸੇ ਹੋਰਨਾਂ ਦੀ ਨਿੱਕੀਆਂ ਹੋਰ ਰਵਾਇਤੀ ਪਾਰਟੀਆਂ ਨਾਲੋਂ, ਉਹਨਾਂ ਦੇ ਮੂੰਹ ਵੱਲ ਦੇਖਣ ਨਾਲੋਂ ਆਪ ਪਾਵਰ ਦੇ ਵਿੱਚ ਆਉਣਾ। ਆਪਣੇ ਤੁਹਾਡੇ ਕੋਲ ਦੇਖੋ ਮਜ਼ਦੂਰ ਆ, ਤੁਹਾਡੇ ਕੋਲ ਜਿੰਨੇ ਸਿੰਗਰ ਆ ਪੰਜਾਬੀ ਦਰਦੀ, ਉਹ ਤੁਹਾਡੇ ਨਾਲ ਖੜੇ ਸੀਗੇ। ਉਹਨਾਂ ਦੇ ਵਿੱਚੋਂ ਬਹੁਤ ਚੰਗੀ ਜਿਹੜੀ ਛਵੀ ਵਾਲੇ ਬੰਦੇ ਹੈਗੇ ਆ, ਤੁਹਾਡੇ ਕੋਲ ਸਪੋਰਟਸ ਵਾਲੇ ਹੈਗੇ ਆ, ਤੁਹਾਡੇ ਕੋਲ ਹੋਰ ਬੰਦੇ ਹੈਗੇ ਆ ਜਿਹੜੇ ਕਿ ਪੰਜਾਬ ਦੇ ਦਰਦੀ ਨੇ। ਉਹ ਜਿੰਨੇ ਪੰਜਾਬ ਦੇ ਦਰਦੀ ਆ, ਚਾਹੇ ਇਹਨਾਂ ਪਾਰਟੀਆਂ 'ਚ ਵੀ ਹੈਗੇ, ਚਾਹੇ ਤੁਹਾਡੇ ਕੋਲ ਵੀ ਹੋਣਗੇ, ਉਹਨਾਂ ਦੀ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਮਦਦ ਕੀਤੀ ਜਾਣੀ ਚਾਹੀਦੀ ਹੈ। ਸਾਡੀਆਂ ਇੱਥੇ ਦੀਆਂ 10-15 ਆਰਗੇਨਾਈਜੇਸ਼ਨਾਂ ਨੇ ਲਾਸਟ ਦਿਨਾਂ ਦੇ ਵਿੱਚ ਇਹ ਮਤੇ ਪਾਏ ਆ ਜੀ ਵੀ ਇਹਨਾਂ ਨੂੰ ਰਾਜਨੀਤਿਕ ਪਾਵਰ ਜਿਹੜੀ ਆ ਉਹ ਲੈਣੀ ਚਾਹੀਦੀ ਹੈ, ਪਰ ਮੋਰਚਾ ਵੀ ਜਾਰੀ ਰੱਖਣਾ ਚਾਹੀਦਾ। ਥੈਂਕ ਯੂ ਜੀ। ਪਰ ਕਰਨੈਲ ਜੀ, ਚਡੂਨੀ ਸਾਹਿਬ ਤਾਂ ਸਾਫ਼ ਕਰ ਚੁੱਕੇ ਨੇ। ਚਡੂਨੀ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਮਿਸ਼ਨ ਚਲਾਓ, ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਚੱਲੇਗਾ ਉਦੋਂ ਤੱਕ ਅਸੀਂ ਚੋਣਾਂ ਬਾਰੇ ਸੋਚ ਵੀ ਨਹੀਂ ਸਕਦੇ। ਸਾਡਾ ਏਜੰਡਾ ਸਿਰਫ ਅੰਦੋਲਨ, ਖੇਤੀ ਕਾਨੂੰਨ ਰੱਦ ਕਰਨਾ, ਅੰਦੋਲਨ ਦੀ ਜਿੱਤ ਹੀ ਆ। ਉਹਨਾਂ ਨੇ ਸਾਫ਼ ਕਿਹਾ ਸੀ, ਨਾਰਾਜ਼ਗੀ ਉਹਨਾਂ ਨੇ ਜਤਾਈ ਸੀ ਕਿ ਅਸੀਂ ਚੋਣਾਂ ਨਹੀਂ ਲੜਾਂਗੇ। ਦੇਖੋ, ਪਹਿਲਾਂ ਮੈਂ ਇਸ ਗੱਲ ਨਾਲ ਸਹਿਮਤ ਆ, ਅਸੀਂ ਇੱਧਰੋਂ ਵੀ ਸਾਰੇ ਸਹਿਮਤ ਆ ਬਈ ਪਹਿਲੀ ਗੱਲ ਤਾਂ ਮੋਰਚਾ ਹੀ ਆ, ਕਿਸਾਨ ਮੋਰਚਾ। ਬਿਲਕੁਲ। ਪਰ ਕਿਸਾਨ ਮੋਰਚੇ ਦਾ ਜੇ ਤੁਸੀਂ ਇਹਦੇ ਵਿੱਚ ਮੈਂ ਸੱਚ ਕਹਿ ਦਿਆਂ, ਹਰੇਕ ਜਥੇਬੰਦੀ ਦਾ ਕਿਤੇ ਨਾ ਕਿਤੇ ਰਾਜਨੀਤਿਕ ਲਿੰਕ ਹੈਗਾ ਕਿ ਨਹੀਂ ਹੈਗਾ? ਬਿਲਕੁਲ ਬਿਲਕੁਲ। ਜਰਾ ਉਹ ਆਪਣੀ ਆਤਮਾ ਦੀ ਪਛਾਣ ਕਰੋ। ਆਪਣੀ ਆਤਮਾ ਦੀ ਪਛਾਣ ਕਰਕੇ ਫੇਰ ਕਿਸੇ ਵੱਲ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ। ਹਰੇਕ ਜਥੇਬੰਦੀ ਦਾ, ਸਾਨੂੰ ਭਲੀ ਪੰਜ ਬੱਚੇ ਨੂੰ ਪਤਾ ਆ, ਹਰੇਕ ਜਥੇਬੰਦੀ ਦਾ ਕਿਤੇ ਨਾ ਕਿਤੇ ਲਿੰਕ ਆ। ਇਹ ਆਨੰਦਪੁਰ ਮੋਰਚੇ ਤੋਂ ਲੈ ਕੇ ਰਾਜ ਸਰਕਾਰਾਂ ਤੋਂ ਲੈ ਕੇ ਤੁਸੀਂ ਪਿਛਲੀ ਪੜਚੋਲ ਕਰਕੇ ਦੇਖੋ, ਕਦੀ ਇਹ ਵਿਰੋਧ, ਕਦੀ ਉਹਦੇ ਨਾਲ ਇਹ ਖੜਦੇ ਰਹੇ ਆ। ਪਰ ਸਮਾਂ ਹੁਣ ਵਿਹਾ ਚੁੱਕੇ ਆ, ਹੁਣ ਤਾਂ MSP ਲਈ ਵੀ ਤਰਲੇ ਲੈ ਰਹੇ ਆ। ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ, ਇਦਾਂ ਦੀਆਂ ਗੱਲਾਂ ਕਿਸੇ ਤੇ ਲਾਉਣ ਤੋਂ ਪਹਿਲਾਂ ਅਸੀਂ ਇਹ ਸਾਰੇ ਬੇਨਤੀ ਕਰਦੇ ਹਾਂ। ਇੱਥੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇੱਥੇ ਸਾਰੇ ਗੁਰਦੁਆਰਿਆਂ ਦੀਆਂ, ਸਿੱਖ ਫੈਡਰੇਸ਼ਨ ਆ, ਯੂਥ ਆ, ਕਿਸਾਨ ਮੋਰਚੇ ਦੀਆਂ ਸੰਸਥਾਵਾਂ, ਸਾਰਿਆਂ ਨੇ ਕਿਹਾ ਵੀ ਕਿਸੇ ਵੱਲ ਦੇਖਣ ਨਾਲੋਂ ਤੁਸੀਂ ਇਕੱਠੇ ਹੋ ਕੇ, ਤੁਹਾਡੇ ਯੂਥ ਆ, ਤੁਹਾਡੇ ਬੱਚੇ ਆ, ਤੁਸੀਂ ਉਹਨਾਂ ਨੂੰ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਆਪ ਖੜੇ ਕਰੋ। ਤੁਸੀਂ ਆਪ ਪਾਵਰ ਦੇ ਵਿੱਚ ਆਵੋ। ਜੇ ਦੇਖਿਆ ਜਾਵੇ ਸੱਚ ਦੇ ਨਾਲ, ਮੈਂ ਫੇਰ ਕਹਿ ਰਿਹਾ ਦੁਬਾਰਾ, ਆਪਣੀ ਆਤਮਾ ਦੀ ਪਛਾਣ ਬਣੋ, ਤੁਹਾਡੇ ਕਿਹਦੇ ਨਾਲ ਲਿੰਕ ਹੈਗੇ ਕਿ ਨਹੀਂ ਹੈਗੇ। ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਇਦਾਂ ਦੀਆਂ ਗੱਲਾਂ 'ਚ ਆਪਾਂ ਆਉਣਾ ਨਹੀਂ, ਨਾ ਕਿਸੇ ਤੇ ਕੋਈ ਆਲੋਚਨਾ ਕਰੋ, ਬੈਠ ਕੇ ਫੈਸਲਾ ਜ਼ਰੂਰ ਲਿਆ ਕਰੋ। ਸਾਰੇ ਪੈਂਤੜੇ ਜਿੱਦਾਂ ਗੇਮ ਦੇ ਵਿੱਚ ਹੁੰਦੇ ਆ, ਸਪੋਰਟਸ ਦੇ ਵਿੱਚ ਅਪਣਾਉਣੇ ਚਾਹੀਦੇ ਆ। ਇਹ ਬੇਨਤੀ ਕਰਦੇ ਤੁਹਾਨੂੰ ਜੀ। ਕਰਨੈਲ ਜੀ, ਚੋਣਾਂ ਨਾਲ ਸੰਬੰਧਿਤ ਸਵਾਲ ਹੈ, ਆਸਟ੍ਰੇਲੀਆ ਦੇ ਵਿੱਚ ਕਿੰਨਾ ਕਾਰਜਕਾਲ ਹੁੰਦਾ ਹੈ ਸਰਕਾਰ ਦਾ, ਕਿੰਨਾ ਸਮਾਂ ਹੁੰਦਾ, ਕਿੰਨੇ ਸਮੇਂ ਬਾਅਦ ਉੱਥੇ ਚੋਣਾਂ ਹੁੰਦੀਆਂ ਨੇ? ਥੋੜਾ ਜਿਹਾ ਕਲੀਅਰ ਕਰ ਦਿਓ, ਕਿਉਂਕਿ ਪੰਜਾਬ ਦੇ ਵਿੱਚ ਤਾਂ 5 ਸਾਲ ਦਾ ਜਿਹੜਾ ਕਾਰਜਕਾਲ ਰਹਿੰਦਾ ਹੈ ਸਰਕਾਰ ਦਾ। ਵੈਰੀ ਗੁੱਡ ਕੁਲਦੀਪ ਜੀ, ਤੁਸੀਂ ਮੈਨੂੰ ਯਾਦ ਕਰਾਤਾ। ਆਸਟ੍ਰੇਲੀਆ ਦੇ ਵਿੱਚ ਵੀ ਤੇ ਅਮਰੀਕਾ 'ਚ ਵੀ, ਸਾਰੀ ਜਗ੍ਹਾ ਤੇ, ਫੈਡਰਲ ਦੇ ਵਿੱਚ ਤੇ ਰਾਜ ਸਰਕਾਰਾਂ 'ਚ ਵੀ, ਬਈ 3 ਸਾਲਾਂ ਬਾਅਦ ਸਾਡੇ ਇਹਦੀ ਟਰਮ ਹੁੰਦੀ ਹੈ ਇਲੈਕਸ਼ਨ ਦੀ, ਚਾਹੇ ਕੇਂਦਰ ਦੀ ਹੋਵੇ ਚਾਹੇ ਰਾਜਾਂ ਦੀ। ਮੈਂ ਬੇਨਤੀ ਕਰਦਾ ਇੱਥੇ ਪੰਜਾਬ ਦੇ ਸਾਰੇ, ਦੁਨੀਆ ਈਵਨ ਸਾਰੀਆਂ ਸਟੇਟਾਂ ਦੇ ਨਾਗਰਿਕਾਂ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਸਾਰੀ ਉੱਪਰ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਦਾਂ ਦੀ ਤਾਰੇ ਤੇ ਵੀ, ਇਹ ਵੀ ਲੋਕਤੰਤਰ ਹੀ ਹੈ। ਇੱਧਰ ਤੁਹਾਡੀ ਕੋਈ ਜ਼ਿਆਦਾ ਵੱਡੀ ਲੋਕਤੰਤਰ ਨਹੀਂ, ਇਹ ਤਾਂ ਡੈਮੋਕ੍ਰੇਟਿਕ ਡਿਕਟੇਟਰਸ਼ਿਪ ਹੀ ਆ। ਇਸ ਕਰਕੇ 3 ਸਾਲ ਦਾ ਸਮਾਂ ਹੋਊਗਾ ਤਾਂ ਲੋਕਾਂ ਦੇ ਭਲਾਈ ਦੇ ਕੰਮ ਹੋਣਗੇ। ਜਰਾ ਛੇਤੀ ਤੁਹਾਨੂੰ ਇਹ ਮੂੰਹ ਜਵਾਨੀ ਵਾਲੇ ਗੱਫੇ, ਜਿਹੜੇ ਮੁਫਤ ਦੇਣ ਵਾਲੇ ਗੱਫੇ ਆ, ਥੋੜੇ ਛੇਤੀ ਦੇ ਦਿਆ ਕਰੂਗੇ 3 ਸਾਲਾਂ ਬਾਅਦ, ਤੇ ਨਾਲੇ ਇਹਨਾਂ ਦਾ ਪਤਾ ਲੱਗ ਜਾਏਗਾ। ਪਲੀਜ਼ ਇਹਦੇ ਉੱਤੇ ਵੀ ਤੁਸੀਂ ਜ਼ੋਰ ਪਾਓ, ਮਤੇ ਪਾਸ ਕਰੋ, ਸਾਰੀਆਂ ਸੰਸਥਾਵਾਂ, ਸਾਰੀਆਂ ਪਾਰਟੀਆਂ, ਵੀ 3 ਸਾਲਾਂ ਬਾਅਦ ਹੀ ਇਹਦੀ ਬੁਨਿਆਦ ਹੋਣੀ ਚਾਹੀਦੀ ਆ, ਕਿਉਂਕਿ ਤੁਹਾਡਾ ਥੋੜਾ ਜਿਹਾ ਛੇਤੀ ਸੁਣਵਾਈ ਹੋ ਜਾਵੇ ਨਾਗਰਿਕਾਂ ਦੀ। ਜੀ, ਤੁਸੀਂ ਨੇ ਕਿਹਾ ਵੀ 3 ਸਾਲ ਬਾਅਦ ਚੋਣ ਹੋਣੀ ਚਾਹੀਦੀ ਆ ਇੰਡੀਆ ਦੇ ਵਿੱਚ, ਪੰਜਾਬ ਦੀ ਸਟੇਟ 'ਚ ਹਰ ਕਿਤੇ। ਪਰ ਚੋਣਾਂ ਦੇ ਵਿੱਚ ਦਾ ਪੈਸਾ ਜਿਹੜਾ ਪਾਣੀ ਵਾਂਗ ਵਹਾਇਆ ਜਾਂਦਾ, ਕਰੋੜਾਂ ਅਰਬਾਂ ਰੁਪਏ ਜਿਹੜਾ ਚੋਣਾਂ 'ਚ ਲੱਗਦਾ, ਜੇ ਕਿ 3 ਸਾਲ ਬਾਅਦ ਇਹ ਚੋਣਾਂ ਹੋਣਗੀਆਂ ਤਾਂ ਫਿਰ ਮੁਲਕ ਫਿਰ ਕਰਜ਼ਾਈ ਹੋ ਜਾਏਗਾ। ਕਿਉਂਕਿ ਆਸਟ੍ਰੇਲੀਆ ਤੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ। ਜਿਹੜੇ ਆਸਟ੍ਰੇਲੀਆ ਦੇ ਉੱਤੇ ਪੋਲੀਟਿਕਸ ਨੇ, ਉਹ ਪੈਸਾ ਇਸ ਤਰ੍ਹਾਂ ਨਹੀਂ ਬਹਾਉਂਦੇ, ਇਸ ਤਰ੍ਹਾਂ ਨਹੀਂ ਖਰਚਦੇ। ਉਰੇ ਤਾਂ ਨਸ਼ੇ ਵੰਡੇ ਜਾਂਦੇ ਨੇ ਵੋਟਾਂ ਦੇ ਵਿੱਚ, ਫਿਰ ਤਾਂ ਕਰਜ਼ਾਈ ਹੋ ਜਾਏਗਾ ਦੇਸ਼, ਜੇ 3 ਸਾਲ ਬਾਅਦ ਤੁਸੀਂ ਕਹਿੰਦੇ ਵੀ ਚੋਣਾਂ ਹੋਣੀ ਚਾਹੀਦੀਆਂ ਨੇ। ਦੇਖੋ, ਇਹ ਬਹੁਤ ਚੜ੍ਹਦੀ ਕਲਾ ਵਾਲਾ ਤੁਸੀਂ ਜਿਹੜਾ ਇਸ਼ੂ ਰੱਖਿਆ,
ਇਹ ਹੀ ਜ਼ਰੂਰੀ ਆ, ਕਿਉਂਕਿ ਜਦੋਂ ਇਹ ਗੱਲ ਹੋਊਗੀ ਵੀ 3 ਸਾਲ ਬਾਅਦ ਮੇਰੀ ਮਨਿਆਦ ਖਤਮ ਹੋ ਜਾਣੀ ਆ, ਉਹਦੀਆਂ ਜਿਹੜੀਆਂ ਬਾਰ-ਬਾਰ ਪੈਨਸ਼ਨ ਲਾਉਂਦੇ, ਇੱਕ ਤਾਂ ਇਹਨਾਂ ਦੇ ਜਿੰਨੇ ਭੱਤੇ ਆ ਉਹ ਬੰਦ ਹੋਣੇ ਚਾਹੀਦੇ ਆ। ਮੈਂ ਤਾਂ ਇੱਥੇ ਕਈ ਵਾਰੀ ਇਹ ਵੀ ਸੋਚਿਆ, ਆਪਣਾ ਟਾਈਮ ਥੋੜਾ ਹੁੰਦਾ ਆ ਵੀ ਇਹਨਾਂ ਨੂੰ ਖੁੱਲੇ ਛੱਡ ਦਿਓ, ਉਹਨਾਂ ਨੂੰ ਕੋਈ ਗਨਮੈਨ ਨਾ ਦਿਓ। ਮੈਂ ਜਨਤਾ ਨੂੰ ਵੀ ਬੇਨਤੀ ਕਰਦਾ, ਕੋਈ ਹਿੰਸਾ ਨਾ, ਇਹਨਾਂ ਦੇ ਕੋਈ ਕੱਪੜੇ ਨਾ ਪਾੜੋ, ਇਦਾਂ ਦੇ ਕਾਨੂੰਨ ਨੂੰ ਹੱਥ 'ਚ ਨਾ ਲਿਆ ਕਰੋ। ਬੀਜੇਪੀ ਵਾਲੇ ਆਂਦੇ ਸਾਰੇ ਆਣ ਦਿਓ ਜੋ ਕਹਿੰਦੇ, ਪਰ ਤੁਸੀਂ ਪ੍ਰੋਟੈਸਟ ਕਰੋ, ਉਹਨੂੰ ਨਹੀਂ ਬੋਲਣ ਦੇਣਾ, ਨਾ ਬੋਲਣ ਦਿਓ। ਪਾਵਰ ਜਿਹੜੀ ਹਿੰਸਾ, ਜਿਹੜਾ ਕਾਨੂੰਨ ਇਹਨੂੰ ਹੱਥ 'ਚ ਨਹੀਂ ਲੈਣਾ, ਹਿੰਸਕ ਨਹੀਂ ਹੋਣਾ, ਸ਼ਾਂਤਮਈ ਰਹਿਣਾ। ਪੰਜਾਬੀਆਂ ਨੂੰ ਵੀ ਖਾਸ ਕਰਕੇ ਬੜੇ ਗਰਮ ਸੁਭਾਅ ਆ ਤੁਸੀਂ, ਹਰਿਆਣੇ ਵਾਲੇ ਪੰਜਾਬੀ, ਪਰ ਕੋਸ਼ਿਸ਼ ਇਹ ਕਰੋ ਵੀ ਇਹਨਾਂ ਨੂੰ ਕੋਈ ਮੌਕਾ ਨਾ ਮਿਲਦੇ ਵੀ ਨੀਮ ਦਸਤੇ ਜਾਂ ਇਦਾਂ ਦੇ ਦਸਤੇ ਲਾ ਕੇ, ਤੁਹਾਡੇ ਕੋਈ ਐਮਰਜੈਂਸੀ ਲਾ ਕੇ ਆਪਣੀ ਡਿਕਟੇਟਰਸ਼ਿਪ ਫੇਰ ਚਲਾਉਣ। ਮੈਂ ਇੱਥੇ ਜਿਹੜਾ ਤੁਸੀਂ ਪੈਸੇ ਦੀ ਗੱਲ ਕਰਦੇ, ਪੈਸਾ ਵੈਸੇ ਹੀ ਬਹੁਤ ਆ। ਪੈਸਾ ਤਾਂ ਇਹਨਾਂ ਨੇ ਇਸ ਵੇਲੇ ਤੋਂ ਲੋਕਾਂ ਨੂੰ, ਜਿਹੜਾ ਮੋਦੀ ਸਾਹਿਬ ਨੇ ਜਿਹੜਾ ਜੋ ਉਦੋਂ ਇਕੱਠਾ ਕੀਤਾ ਸੀ, ਜਿਹੜੇ ਨੋਟਬੰਦੀ ਕਰਕੇ, ਉਹ ਲੋਕਾਂ ਨੂੰ ਹੁਣ ਦੇਣਾ ਚਾਹੀਦਾ ਆ। ਜੇ ਉਹੀ ਦੇ ਦਿੱਤਾ ਜਾਵੇ, ਲੋਕਾਂ ਦੀ ਥੋੜੀ ਜਿਹੀ ਇਕਨੋਮੀ 'ਚ ਸਾਹ ਪੈ ਜਾਊਗਾ। ਇਹਨਾਂ ਕੋਲ ਪੈਸਾ ਬੜਾ 15-15 ਲੱਖ ਹਲੇ ਦੇਣਾ ਆ। ਮੈਂ ਇਹ ਨਹੀਂ ਕਹਿੰਦਾ ਚਲੋ ਉਹ ਭਾਵੇਂ ਆਸੂਣੀ ਗੱਲ ਹੀ ਆ, ਇਹਨਾਂ ਨੇ ਕਦੀ ਪੂਰੀ ਨਹੀਂ ਕਰਨੀ। ਪੈਸਾ ਤਾਂ ਇਹਨਾਂ ਦੇ ਕੋਲ ਬਹੁਤ ਆ, ਇਲੈਕਸ਼ਨਾਂ 'ਚ ਪੈਸਾ ਲਾਉਣ ਦੀ ਲੋੜ ਵੀ ਨਹੀਂ ਹੈਗੀ, ਕਿਉਂਕਿ ਇਦਾਂ ਦੇ ਤੁਹਾਡੇ ਕੋਲ ਛਵੀਆਂ ਖੜੀਆਂ, ਹੁਣ ਇਦਾਂ ਦੇ ਬੰਦੇ ਆ ਜਿਹੜੇ ਕਿ ਪੈਸਾ ਖਰਚ ਸਕਦੇ ਆ, ਸਾਰਾ ਕੁਝ ਕਰ ਸਕਦੇ ਆ। ਜਦੋਂ ਇਹ ਕੰਪੀਟੀਸ਼ਨ ਹੋਊਗਾ, ਇੰਨਾ ਪੈਸਾ ਲਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਕੰਮ ਵੀ ਸਹੀ ਹੋਣਗੇ, ਕਰਪਸ਼ਨ ਵੀ ਘਟੂਗੀ। ਸੋ ਇਸ ਕਰਕੇ ਇਦਾਂ ਦੇ ਮਤੇ ਪਾ ਦੇਣੇ ਚਾਹੀਦੇ ਆ, ਪੁਰਜ਼ੋਰ ਆਵਾਜ਼ ਜਿੱਥੇ ਹੋਰ ਮੋਰਚੇ ਲਾਏ ਹੋਏ ਆ, ਇਹ ਗੱਲ ਜ਼ਰੂਰ ਹੁੰਦੀ ਰਹਿਣੀ ਚਾਹੀਦੀ ਹੈ। ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹਦਾ ਵੋਟਰਾਂ ਨੂੰ ਵੀ ਸਮਝਣਾ ਪਏਗਾ ਵੀ ਕਿ ਲੀਡਰਾਂ ਦੇ ਲਾਲਚਾਂ ਦੇ ਵਿੱਚ ਨਾ ਆਉਣ। ਜਿਹੜੇ ਚੋਣਾਂ ਸਮੇਂ ਐਲਾਨ ਹੁੰਦੇ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਚੋਣਾਂ ਦੇ ਵਿੱਚ ਨਸ਼ਾ ਵਰਤਿਆ ਜਾਂਦਾ, ਉਸਦੇ ਲਾਲਚ ਵਿੱਚ ਆ ਕੇ ਵੋਟ ਨਾ ਦੇਣ ਦਾ ਲੋਕਾਂ ਨੂੰ ਵੀ ਜਿਹੜਾ ਹੁਣ ਸਮਝਣ ਦੀ ਲੋੜ ਹੈ, ਕਿਉਂਕਿ ਸਮਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ। ਪੰਜਾਬ ਤੇ ਕਰਜ਼ਾ ਦਿਨ ਪਰ ਦਿਨ ਚੜ੍ਹਦਾ ਜਾ ਰਿਹਾ ਹੈ, ਪਰ ਫਿਰ ਵੀ ਜਿਹੜੇ ਲੀਡਰ ਨੇ ਉਸੇ ਤਰ੍ਹਾਂ ਆਪਣੇ ਰਾਹੀਂ ਪਏ ਹੋਏ ਨੇ। ਨਾਲ ਕਰਨੈਲ ਜੀ, ਇੱਕ ਹੋਰ ਚਿੰਤਾ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਦੇ ਵੀ ਚਿੰਤਤ ਹੈ। ਜਦੋਂ ਕਿਸਾਨਾਂ ਦਾ ਕਿਤੇ ਵੀ ਪ੍ਰੋਟੈਸਟ ਹੁੰਦਾ ਹੈ, ਜਦੋਂ ਕਦੇ ਹਿੰਸਕ ਹੋ ਜਾਂਦਾ, ਉੱਥੇ ਉਹਨੂੰ ਲੈ ਕੇ ਵੀ ਚਿੰਤਾ ਵੀ ਜੇਕਰ ਹਿੰਸਾ ਵੱਧਦੀ ਆ ਤਾਂ ਜਿਹੜੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ, ਉਹ ਸੁਰੱਖਿਆ ਤੈਨਾਤ ਕਰ ਸਕਦੀਆਂ। ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਜੇਕਰ ਕੋਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਬੀਜੇਪੀ ਦੇ ਲੀਡਰਾਂ ਜਾਂ ਪਹਿਲਾਂ ਖਬਰਾਂ ਸਾਹਮਣੇ ਆਈਆਂ ਵੀ ਕੱਪੜੇ ਪਾੜੇ ਗਏ। ਬੇਸ਼ੱਕ ਉਹਨਾਂ ਵਿੱਚ ਗੁੱਸਾ ਹੈਗਾ, ਪਰ ਉਹਨਾਂ ਨੂੰ ਆਪਣੇ ਜਿਹੜੇ ਗੁੱਸੇ 'ਤੇ ਕੰਟਰੋਲ ਰੱਖਣਾ ਪਊਗਾ। ਬਿਲਕੁਲ ਜੀ, ਬਿਲਕੁਲ। ਮੈਂ ਫੇਰ ਉਹੀ ਬੇਨਤੀ ਕਰਦਾ, ਜਿੱਦਾਂ ਇਹ ਨਾ ਸਾਡੇ ਇੱਧਰ ਆਸਟ੍ਰੇਲੀਆ ਦੇ ਵਿੱਚ, ਕੈਨੇਡਾ 'ਚ, ਜੀ, USA ਦੇ ਵਿੱਚ, ਯੂਰਪ 'ਚ MP ਵਗੈਰਾ ਆਪ ਡਰਾਈਵ ਕਰਕੇ ਜਾਂਦੇ ਆ, ਕੋਈ ਗਨਮੈਨ ਨਹੀਂ ਹੁੰਦਾ, ਗੁਰਦੁਆਰੇ ਆ ਜਾਂਦੇ, ਉੱਥੇ ਖੜੇ ਹੁੰਦੇ, ਕੋਈ ਬਾਤ ਨਹੀਂ ਪੁੱਛਦਾ, ਕੋਈ ਨਾਲ ਚਲੋ ਉਹਨੂੰ ਗਾਈਡ ਕਰਨ ਲਈ ਆ ਜਾਂਦਾ। ਸੋ ਇਦਾਂ ਦਾ ਇਹਨਾਂ ਨੂੰ ਮਾਹੌਲ ਦੇ ਦਿਓ, ਤੁਹਾਡੇ ਖਰਚੇ ਤੇ ਇਹ ਤੁਰੇ ਫਿਰਦੇ ਆ, ਹਾਰਨ ਵਜਾਈ ਜਾਂਦੇ ਆ, ਡੰਡੇ ਮਾਰੀ ਜਾਂਦੇ ਆ, ਸੜਕਾਂ ਤੋਂ ਤੁਹਾਨੂੰ ਪਾਸੇ ਕਰੀ ਜਾਂਦੇ, ਪਸ਼ੂ ਵਾਲਾ ਵਿਹਾਰ ਹੋ ਰਿਹਾ ਆਮ ਪਬਲਿਕ ਦੇ ਨਾਲ। ਸੋ ਇਹਨਾਂ ਨੂੰ ਤੁਸੀਂ ਕਾਹਨੂੰ ਇਦਾਂ ਦੇ ਪੰਗੇ, ਤੁਸੀਂ ਕਦੀ ਵੀ ਇਹਨਾਂ ਨੂੰ ਖੁੱਲੇ ਛੱਡੋ, ਆਪਣਾ ਪ੍ਰੋਟੈਸਟ ਕਰੋ, ਇਹ ਆਪ ਹੀ ਘਰ ਵੜ ਜਾਣਗੇ। ਚਲੋ ਆਪਣੀਆਂ ਮੰਗਾਂ ਇਹਨਾਂ ਨੂੰ ਇਦਾਂ ਦੇ ਕੁਐਸਚਨ ਕਰੋ, ਨਾ ਕਿ ਇਹਨਾਂ ਦੇ ਭਰਮ ਜਾਲ ਦੇ ਵਿੱਚ ਆਉਣਾ। ਸੋ ਇੱਥੇ ਇਹ ਬੇਨਤੀ, ਇਹ ਬਹੁਤ ਜ਼ਰੂਰੀ ਹੈ, ਖਰਚੇ ਤੁਸੀਂ ਆਪ ਹੀ ਘਟਾ ਸਕਦੇ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ। ਜਿੱਦਾਂ ਤੁਸੀਂ ਕੋਈ ਵੀ ਹਿੰਸਕ ਗੱਲ ਕਰੋਗੇ, ਉਹਨਾਂ ਦੇ ਕੱਪੜੇ ਪਾੜੋਗੇ ਜਾਂ ਉਹਨਾਂ ਦੇ ਮਗਰ ਪਰੋਗੇ ਜਾਂ ਟਰਾਲੀਆਂ ਗੋਹੇ ਦੀਆਂ ਸਿੱਟਦੀਆਂ, ਇਦਾਂ ਦਾ ਕੰਮ ਕਰ ਦਿੱਤਾ, ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਆਨਸਰ ਹੁੰਦੇ ਜਿਹੜੇ ਆਪੂ ਵੀ ਇਹ ਗੱਲਾਂ ਕਰਾ ਦੂਗੇ। ਇਦਾਂ ਦੀਆਂ ਗੱਲਾਂ 84 'ਚ ਹੋਈਆਂ ਆ, ਤੁਹਾਡੇ ਕੋਲ ਐਕਸਪੀਰੀਅੰਸ ਆ। ਡਿਕਟੇਟਰਸ਼ਿਪ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਹੁੰਦੀਆਂ, ਜਿਹੜੀਆਂ ਡਿਕਟੇਟਰਸ਼ਿਪ ਜਿਹੜੀਆਂ ਸੈਂਟਰਾਂ ਦੀਆਂ, ਉਹ ਆਪੂ ਹੀ ਕਰਵਾਉਂਦੀਆਂ ਰਹੀਆਂ, ਉਹਦੀਆਂ ਇਨਕੁਆਰੀਆਂ ਵੀ ਹੋਈਆਂ, ਹੁਣ ਸਾਰੇ ਉਹ ਭੁਗਤਦੇ ਪਏ ਆ। ਹੁਣ ਸਮੇਤ ਸਿਆਣੀ ਹੈਗੇ, ਆਲਮ ਮਰ ਗਏ, ਇਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀ, ਸਾਰਾ ਕੁਝ ਕਿਹੜੀ ਦੁਨੀਆ ਨੂੰ ਪਤਾ, ਬਾਹਰ ਦੁਨੀਆ ਨੂੰ ਪਤਾ, ਹਿਊਮਨ ਰਾਈਟਸ ਨੂੰ ਪਤਾ ਆ। ਸਮਾਂ ਲੱਗੇ ਤਾਂ ਸੱਚ ਸਾਹਮਣੇ ਆ ਜਾਂਦਾ। ਸੋ ਇਹਨਾਂ ਨੇ ਲੋਕਾਂ ਨੇ ਆਪ ਹੀ ਕਰਵਾ ਕੇ ਆਪ ਡਿਕਟੇਟਰਸ਼ਿਪ ਜਾਂ ਸੈਂਟਰ ਦੇ ਥੱਲੇ ਲਿਆਉਣਾ ਆ। ਜਿੱਦਾਂ ਕਿ ਹੁਣੇ ਲੱਗ ਰਿਹਾ ਸੀ, ਮੈਂ ਦੇਖ ਰਿਹਾ ਸੀ ਤੁਹਾਡੇ CM ਸਾਹਿਬ ਮਿਲ ਕੇ ਆਏ ਆ ਉੱਥੇ ਜੀ, 5 ਕਿਸਾਨਾਂ ਨੂੰ ਖਤਰਾ ਆ। ਉਹ ਬੜੀ, ਉਹ ਮੈਨੂੰ ਉਹੀ ਨੀਤ ਇਹਨਾਂ ਦੀ ਜਿਹੜੀ ਉਸ ਵੇਲੇ ਹੁੰਦੀ ਸੀ 82 ਤੋਂ ਪਹਿਲਾਂ ਦੀ, ਇਹ 80ਵਿਆਂ ਦੇ ਵਿੱਚ ਜਿਹੜੀ ਇਹ ਹੁੰਦੀ ਸੀ ਗੱਲ, ਉਹ ਗੱਲਾਂ ਇਹ ਕਰ ਕਰਕੇ ਕੁਛ ਵੀ ਇੱਥੇ ਡਾਰਿਆ ਵੀ ਸਥਿਤੀ ਖਰਾਬ ਕਰਕੇ 1-2 ਬੰਦੇ ਹੀ ਇਹ ਪਾਵਰ ਚਲਾਉਣੀ ਚਾਹੁੰਦੇ। ਡਿਕਟੇਟਰਸ਼ਿਪ ਇੰਡੀਆ ਦੇ ਵਿੱਚ ਐਵੇਂ ਡੈਮੋਕ੍ਰੇਸੀ ਦਾ ਤਾਂ ਨਾ ਹੀ ਆ। ਉਹ ਇਹਦਾ ਇਹ ਤੁਹਾਨੂੰ ਸਾਫ਼ ਦਿਸ ਰਿਹਾ ਕੀ ਕਰਨ ਜਾ ਰਿਹਾ ਜੀ। ਇਹ ਬੇਨਤੀ ਆ ਵੀ ਸ਼ਾਂਤਮਈ ਰੱਖਣਾ ਸਾਰਾ। ਪਰ ਕਿਸਾਨ ਲੀਡਰ ਦਾ ਸਾਫ਼ ਕਰ ਚੁੱਕੇ ਨੇ। ਮੇਰੀ ਕੱਲ ਸੰਯੁਕਤ ਕਿਸਾਨ ਮੋਰਚੇ ਦੇ 5-7 ਲੀਡਰਾਂ ਨਾਲ ਗੱਲਬਾਤ ਹੋਈ, ਉਹਨਾਂ ਦਾ ਰਿਕਾਰਡ ਵੀ ਫੋਨੋਂ ਹੈਗਾ ਆਪਣੇ ਲਵੇ। ਉਹ ਕਹਿੰਦੇ ਵੀ ਸਾਨੂੰ ਤਾਂ ਕਿਸੇ ਜਾਨ ਦਾ ਖਤਰਾ ਹੀ ਨਹੀਂ ਹੈਗਾ, ਸਾਨੂੰ ਸੁਰੱਖਿਆ ਦੀ ਕੀ ਲੋੜ ਹੈ, ਇਸ ਤਾਂ ਲੋਕਾਂ ਦੇ ਵਿੱਚ ਤਾਂ ਰਹਿੰਦੇ ਹਾਂ ਅਸੀਂ। ਹਾਂਜੀ, ਮੈਂ 2 ਅੱਖਰਾਂ 'ਚ ਗੱਲ ਨਿਬੜ ਦਿੰਦਾ। ਐਗਜ਼ੈਕਟਲੀ, ਅਸੀਂ ਵੀ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਬਚਾਏ। ਇਹ ਤਾਂ ਵਿਚਾਰੇ ਕਿਰਤੀ ਬੰਦੇ ਆ, ਮਜ਼ਦੂਰ ਬੰਦੇ, ਇੰਨੀ ਦੇਰ ਤੋਂ ਇਹਨਾਂ ਨੂੰ ਕੋਈ ਖਤਰਾ ਨਹੀਂ। ਇਹ ਡਰ ਦਿੰਦੇ ਆ, ਡਰ ਦੇਣਾ ਆ, ਉਹੀ ਸਾਮ ਦੰਡ ਭੀੜ ਵਾਲੀਆਂ ਨੀਤੀਆਂ। ਡਰ ਦੇਣਾ, ਦੂਜੇ ਬੰਨੇ ਜਾ ਕੇ ਇਹ ਕਹਿਣਾ ਵੀ ਅਸੀਂ ਤਾਂ ਸਮਝੌਤਾ ਕਰਾ ਸਕਦੇ ਹਾਂ, ਸੈਂਟਰ ਜਿਹੜੀ ਗਵਰਨਮੈਂਟ ਹੈ ਉਹਨੂੰ ਮੈਂ ਅਪਰੋਚ ਕੀਤੀ ਆ ਵੀ ਹੁਣ
ਇਹ ਸਮਝੌਤਾ ਹੋ ਸਕਦਾ ਆ। ਉਹ ਜੀ। ਕਰਾ ਕੇ ਤਾਂ ਮੋਹਰੇ ਤੁਹਾਨੂੰ ਝਾਂਸੇ ਦੇ ਵਿੱਚ ਲੈ ਕੇ ਮੁੜ ਕੇ ਇਹਨਾਂ ਨੇ ਆਪਣਾ ਉਹੀ ਬੰਦਾ, ਚਾਹੇ ਬੀਜੇਪੀ ਚਾਹੇ ਕੋਈ ਵੀ ਆਵੇ ਪਾਰਟੀ, ਉੱਥੇ ਠੋਕ। ਠੀਕ ਹੈ, ਜੇ ਬੀਜੇਪੀ ਲੋਕਾਂ ਦੇ ਹੱਕਾਂ ਚ ਆਉਂਦੀ, ਮੈਂ ਪਾਰਟੀ ਦੇ ਵਿਰੁੱਧ ਅਸੀਂ ਕੋਈ ਨਹੀਂ ਹੈਗੇ, ਆਪਾਂ ਇੱਥੇ ਬੈਠੇ ਆ, ਕਿਸੇ ਪਾਰਟੀ ਦੇ ਵਿਰੁੱਧ ਨਹੀਂ। ਜਿੱਦਾਂ ਦੀ ਇਹਨਾਂ ਦੀਆਂ ਨੀਤੀਆਂ ਆ, ਅਸੀਂ ਜਿਹੜੀਆਂ ਬੇਈਮਾਨ ਨੀਤੀਆਂ ਉਹਨਾਂ ਦੇ ਅਸੀਂ ਵਿਰੁੱਧ ਆ। ਸਾਰੀ ਜਨਤਾ ਨੂੰ ਭਲੀ ਭਾਂਤ ਪਤਾ ਆ। ਜੀ ਜੀ। ਇਸ ਤੋਂ ਇਲਾਵਾ ਕਰਨੈਲ ਜੀ, ਜਿਹੜੇ ਆਸਟ੍ਰੇਲੀਆ ਦੇ ਸਟੂਡੈਂਟ ਫਸੇ ਸੀ ਵੱਖ-ਵੱਖ ਮੁਲਕਾਂ ਦੇ ਵਿੱਚ, ਉਹਨਾਂ ਦਾ ਕੋਈ ਹੱਲ ਹੋਇਆ ਕਿ ਉਹਨਾਂ ਬਾਰੇ ਸਰਕਾਰ ਸੋਚ ਰਹੀ ਆ? ਉਹਨਾਂ ਨੂੰ ਕਦੋਂ ਉੱਥੋਂ ਕੱਢਿਆ ਜਾਵੇਗਾ ਜਾਂ ਕੋਈ ਰਾਹਤ ਦਿੱਤੀ ਜਾਵੇਗੀ ਉਹਨਾਂ ਨੂੰ ਵੀਜ਼ੇ ਦੇ ਵਿੱਚ? ਦੇਖੋ, ਹੁਣੇ ਲਾਸਟ ਦੇ ਵੀਕ ਦੇ ਵਿੱਚੋਂ ਇਹ ਟੌਪਿਕ ਬੜਾ ਹੌਟ ਹੋਣ ਜਾ ਰਿਹਾ ਆ। ਮੈਂ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ, ਤੁਹਾਡੇ ਲਈ ਇਹ ਮਾਣ ਦੀ ਗੱਲ ਹੈ। ਮੈਂ ਆਪ ਇਹ ਗੱਲ ਕੀਤੀ ਆ ਆਫਿਸ ਦੇ ਵਿੱਚ, ਹੋਮ ਮਿਨਿਸਟਰੀ ਦੇ ਵਿੱਚ, ਜਿਹੜੀ ਸਾਡੀ ਹੋਮ ਮਿਨਿਸਟਰੀ ਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਨਾਂ ਨਹੀਂ ਹਲੇ ਲੈਣ ਦੀ ਲੋੜ, ਇਹ ਵਿਦਿਨ 4 or 7 ਵੀਕ ਦੇ ਵਿੱਚ ਇਹ ਚੇਂਜ ਆ ਜਾਊਗੀ। ਉਹਨਾਂ ਦਾ ਜਿਹੜਾ ਮਸਲਾ ਆ, ਚਾਹੇ ਵਰਕ ਪਰਮਿਟ ਵਾਲੇ ਆ, ਚਾਹੇ ਇੰਟਰਨੈਸ਼ਨਲ ਸਟੂਡੈਂਟਸ ਆ, ਚਾਹੇ ਪੇਰੈਂਟਸ ਆ, ਚਾਹੇ TR ਆ, ਟੈਂਪਰੇਰੀ ਰੈਜ਼ੀਡੈਂਟ ਹੈਗੇ ਆ, ਉਹਨਾਂ ਦਾ ਜਿਹੜਾ ਮਸਲਾ 4 ਤੋਂ 7 ਵੀਕ ਦੇ ਵਿੱਚ ਚੇਂਜ ਲਿਆਉਣ ਨੂੰ ਟਾਈਮ ਲੱਗਦੇ ਆ। ਉਹ ਈਮੇਲ ਵੀ ਕਰਨਗੇ ਸਾਨੂੰ, ਗਲੋਬਲ ਪੰਜਾਬ ਨੂੰ ਵੀ ਕਰਨਗੇ, ਬਾਕੀ ਡਿਪਾਰਟਮੈਂਟ ਵੀ ਹੈਗੇ ਉਹਨਾਂ ਨੂੰ ਵੀ ਕਰਨਗੇ। ਤੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜਾ ਜਿਹਾ ਟਾਈਮ ਦਿਓ। ਮੈਂ ਸਾਰੇ ਸੁਣਨ ਵਾਲੇ ਜਿੰਨੇ ਸਾਡੇ ਬੱਚੇ ਉੱਥੇ, ਮੈਂ ਇਹਨਾਂ ਨੂੰ ਤਕੀਦ ਕਰਦਾ ਵੀ ਇਦਾਂ ਦੀ ਕੋਈ ਉਦਾਸੀਨ ਹੋਣ ਦੀ ਲੋੜ ਨਹੀਂ। ਮੈਂ ਤੁਹਾਨੂੰ ਕੁਲਦੀਪ ਜੀ ਇਹ ਵੀ ਦੱਸ ਦਿੰਦਾ, ਸਾਡੀਆਂ ਸਾਰੇ ਗੁਰਦੁਆਰੇ ਵਾਲੀਆਂ ਕਮੇਟੀਆਂ ਜਾਂ ਹੋਰ ਸੰਸਥਾਵਾਂ ਵੀ ਇਹਨਾਂ ਦੀ ਸਪੋਰਟ ਕਰ ਰਹੀਆਂ, ਕਿਉਂਕਿ ਇਹਨਾਂ ਬੱਚਿਆਂ ਨੇ ਆ ਕੇ ਤਰੱਕੀ ਕਰਕੇ ਆਪਣੀਆਂ ਸਟੱਡੀਆਂ ਪੂਰੀਆਂ ਕਰਕੇ ਪੁਲਿਸ ਦੇ ਵਿੱਚ ਵੀ ਬਹੁਤ ਚੰਗੀਆਂ ਜੌਬਸ ਕੀਤੀਆਂ। ਜਿਹੜੇ ਹੁਣ ਲੰਗਰ ਲਾਉਂਦੇ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਇਹ ਜੇ ਸਾਡੀ ਕਰੀਮ ਆ, ਸਾਡੀ ਕਮਿਊਨਿਟੀ ਦੀ ਕਰੀਮ ਆ, ਇਹਨੂੰ ਤਾਂ ਸਾਰੇ ਹੀ ਲਾਈਕ ਕਰਦੇ, ਆਸਟ੍ਰੇਲੀਆ ਗਵਰਨਮੈਂਟ ਵੀ ਲਾਈਕ ਕਰਦੀ ਆ। ਸਾਡੇ ਗੁਰੂ ਘਰਾਂ ਵਿੱਚ ਵੀ ਇਹਨਾਂ ਨੇ ਰਸ 24 ਓਵਰ ਆਉਂਦੇ ਆ ਮੱਥਾ ਟੇਕਣ, ਰਸ ਦੇ ਨਾਲ ਥੈਲੇ ਇਹਨਾਂ ਕੋਲ ਚੱਕੇ ਹੁੰਦੇ ਆ, ਬੜੀ ਹੀ ਸ਼ਰਧਾ ਦੇ ਨਾਲ। ਇੰਨੀ ਸਾਡੀ ਰਸ ਜਾਂ ਪੈਸੇ ਕਿਸੇ ਚੀਜ਼ ਵੱਲੋਂ ਵੀ ਇਹ ਕਮੀ ਨਹੀਂ ਛੱਡਦੇ। ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਨੂੰ ਫਿਰ ਬੇਨਤੀ ਕਰਦਾ ਵੀ ਜਦੋਂ ਵੀ ਕੋਈ ਤੁਹਾਡਾ MP ਲੋਕਲ ਹੋਵੇ, ਕੋਈ ਵੀ ਹੋਵੇ, ਉਹਨਾਂ ਨੂੰ ਇਹਨਾਂ ਦਾ ਮੁੱਦਾ, ਇਹਨਾਂ ਦਾ ਜਿਹੜਾ ਮਸਲਾ ਆ ਉਹ ਮੁੱਖ ਰੱਖਦੇ ਰਿਹਾ ਕਰੋ। ਇਸ ਕਰਕੇ ਬਹੁਤ ਜਲਦੀ ਇਹਨਾਂ ਨੂੰ ਕੋਈ ਮੇਰੇ ਖਿਆਲ ਉਦਾਸ ਹੋਣ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਵੀ ਇਹ ਚੇਂਜ ਜਲਦੀ ਆ ਜਾਊਗੀ। ਇਹਨਾਂ ਦਾ ਬਹੁਤ ਛੇਤੀ ਉਹ ਪਾਇਲਟ ਪ੍ਰੋਗਰਾਮ ਅਧੀਨ ਇਹ ਕਰਨ ਨੂੰ ਜਾ ਰਹੇ ਆ ਜੀ। ਇਕਨੋਮੀ ਲਈ ਵੀ ਇਹ ਗੁੱਡ ਗੱਲ ਆ ਜੀ। ਕਰਨੈਲ ਜੀ, ਸਿੱਖ ਵਿਦਿਆਰਥੀਆਂ ਦੀ ਕਿਰਪਾਨ ਦਾ ਮਸਲਾ ਬੇਸ਼ੱਕ ਹੱਲ ਹੋ ਗਿਆ, ਕੋਈ ਉੱਥੇ ਜਥੇਬੰਦੀਆਂ ਦੇ ਵੱਲੋਂ ਵੀ ਪਾਲਿਸੀ ਬਣਾਈ ਗਈ ਆ, ਜਾਂ ਫਿਰ ਇਸ ਤਰ੍ਹਾਂ ਦੀ ਜਦੋਂ ਇਹ ਘਟਨਾ ਵਾਪਰੀ ਸੀ ਉਸ ਨੌਜਵਾਨ, ਉਸ ਬੱਚੇ ਦੇ ਵੱਲੋਂ ਜਿਹੜੀ ਟਿੱਪਣੀਆਂ ਕੀਤੀਆਂ ਤਾਂ ਕਰਕੇ ਘਟਨਾ ਵਾਪਰੀ, ਕੋਈ ਜਥੇਬੰਦੀਆਂ ਦੇ ਵੱਲੋਂ ਵੀ ਪਾਲਿਸੀ ਤਿਆਰ ਕੀਤੀ ਗਈ ਆ ਸਿੱਖ ਵਿਦਿਆਰਥੀਆਂ ਦੀ ਕਿਰਪਾਨ ਨੂੰ ਲੈ ਕੇ? ਬਿਲਕੁਲ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਜਿਹੜੀ ਗੱਲ ਗਵਰਨਮੈਂਟ ਨੇ ਪਹਿਲ ਕਦਮੀ ਕਰਨੀ ਸੀ ਉਹ ਤਾਂ ਕਰ ਦਿੱਤੀ। ਹਰੇਕ ਨੂੰ ਖੁਸ਼ੀ ਦੀ ਖਬਰ ਵੀ ਸਾਡੀ ਕਿਰਪਾਨ ਦੁਆਰਾ ਬਰਕਰਾਰ ਰਹਿ ਗਈ। ਪਰ ਹੁਣ ਇੱਥੇ ਸਾਡੀਆਂ, ਮੈਂ ਉਹ ਕੋਰ ਕਮੇਟੀ ਨੂੰ ਵੀ, ਗੁਰਦੁਆਰਾ ਕਮੇਟੀਆਂ ਦੀ ਜਿਹੜੀ ਬਣੀ ਸੀ ਉਹਨਾਂ ਨੂੰ ਵੀ ਬੇਨਤੀ ਕਰਦਾ, ਤੇ ਨਾਲ ਮਾਪੇ ਜਿਹੜੇ ਬੈਪਟਾਈਜ਼ ਸਿੱਖ ਆ ਜਾਂ ਅੰਮ੍ਰਿਤ ਸੰਚਾਰ ਕਰਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ, ਉਹਨਾਂ ਨੂੰ ਵੀ ਇੱਥੇ ਹੁਣ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ। ਉਹਨਾਂ ਨੂੰ ਸਾਨੂੰ ਬਹੁਤ ਸਮਝਾਉਣਾ ਪਊਗਾ ਬੱਚਿਆਂ ਨੂੰ, ਉਹਨਾਂ ਨੂੰ ਇੰਡਕਸ਼ਨ ਦੇਣੀ ਪਊਗੀ, ਉਹਨਾਂ ਨੂੰ ਪੂਰੀ ਟ੍ਰੇਨਿੰਗ ਦੇਣੀ ਪਊਗੀ ਵੀ ਤੁਸੀਂ ਇਹਦੇ ਬਾਰੇ ਇਹ ਨਹੀਂ ਦੱਸਣਾ ਵੀ ਸਾਡੇ ਕੋਲ ਆ ਜਾਂ ਅਸੀਂ ਬਹੁਤ ਉੱਤਮ ਆ ਜਾਂ ਅਸੀਂ ਇਦਾਂ ਆ, ਵੀ ਕਿਸੇ ਨੂੰ ਇਹ ਡਰਾਵਾ ਨਹੀਂ ਦੇਣਾ। ਇੱਕ ਨੰਬਰ ਤਾਂ ਪਹਿਲੀ ਸਾਡੀ ਰਿਸਪੌਂਸਿਬਿਲਿਟੀ ਹੁਣ ਜ਼ਿਆਦਾ ਵੱਧ ਗਈ, ਠੀਕ ਹੈ ਜੀ, ਸਿੱਖਾਂ ਦੀ। ਦੂਜੀ ਗੱਲ ਇਹ ਹੋ ਗਈ ਕਿ ਜਿਹੜਾ ਬੁਲੀਇੰਗ ਦਾ ਮਸਲਾ ਜਿਹਦੇ ਕਰਕੇ ਘਟਨਾ ਵਾਪਰਦੀਆਂ ਇਦਾਂ ਦੀਆਂ, ਉਹ ਬਹੁਤ ਜ਼ਿਆਦਾ ਆ। ਉਹਦੇ ਬਾਰੇ ਵੀ ਅਸੀਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਡੇ ਬਾਏ ਡੇ, ਐਵਰੀ ਮੰਥ ਜਾਂ 2 ਮੰਥ ਜਦੋਂ ਵੀ ਕੋਈ ਆਉਂਦੇ ਆ, ਐਜੂਕੇਸ਼ਨ ਡਿਪਾਰਟਮੈਂਟ ਹੋਵੇ, ਕੰਮ ਦੇ ਅਦਾਰੇ ਹੋਣ, ਕਿਤੇ ਵੀ ਹੋਣ, ਜਿੱਦਾਂ ਅਮਰੀਕਾ ਦੀ ਤਰਜ਼ ਤੇ, ਕੈਨੇਡਾ ਦੀ ਤਰਜ਼ ਤੇ, ਵੀ ਜੇ ਕੋਈ ਪੱਗ ਦੀ ਕੋਈ ਬੇਅਦਬੀ ਕਰਦਾ ਜਾਂ ਕਿਸੇ ਕਕਾਰ ਦੀ ਜਾਂ ਕਿਸੇ ਨੂੰ ਕੋਈ ਕਮੈਂਟ ਕਰਦਾ, ਉਹਦੇ ਉੱਤੇ ਸਖਤ ਫਾਈਨ ਕੀਤਾ ਜਾਂਦਾ। ਅਸੀਂ ਗਵਰਨਮੈਂਟ ਨੂੰ ਇਹਦੇ ਨਾਲ ਵੀ ਚੱਲਾਂਗੇ ਵੀ ਜੇ ਇਦਾਂ ਦੀ ਕੋਈ ਗੱਲ ਕਰਦਾ ਉਹਨੂੰ ਸਟੇਟ ਵੇ ਜਿਹੜਾ ਬੁਲਿੰਗ ਕਰਦਾ ਉਹਨੂੰ ਫਾਈਨ ਕਰ ਦਿੱਤਾ ਜਾਵੇ। ਇਹ ਸੰਸਥਾਵਾਂ ਨੂੰ ਮੇਰੀ ਪੁਰਜੋਰ ਬੇਨਤੀ ਆ, ਪ੍ਰਧਾਨਾਂ ਨੂੰ, ਗੁਰਦੁਆਰਿਆਂ ਨੂੰ, ਸਾਰਿਆਂ ਨੂੰ ਗੱਲ ਵੀ ਹੋਈ ਸੀ, ਇਹ ਇਦਾਂ ਦੇ ਮਤੇ ਪਾਸ ਕਰ ਲੈਣੇ ਚਾਹੀਦੇ। ਥੈਂਕ ਯੂ ਜੀ। ਇਸ ਤੋਂ ਇਲਾਵਾ ਕਰਨੈਲ ਜੀ, ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਉੱਥੇ ਦਾ ਸਿੱਖ ਭਾਈਚਾਰਾ ਕਿਸ ਦੇ ਸਮਰਥਨ ਦੇ ਵਿੱਚ ਉਤਰ ਰਿਹਾ, ਕਿਸ ਪਾਰਟੀ ਨੂੰ ਸਪੋਰਟ ਕਰ ਰਿਹਾ ਉੱਥੇ ਦਾ ਪੰਜਾਬੀ ਭਾਈਚਾਰਾ ਇਸ ਵੇਲੇ? ਹਾਂ ਜੀ, ਬਿਲਕੁਲ ਜੀ। ਮੈਂ ਸਾਰੇ ਗਲੋਬਲ ਪੰਜਾਬ ਦੀ, ਸਾਰੇ ਗਲੋਬ ਤੇ ਰਹਿ ਰਹੇ ਪੰਜਾਬੀਆਂ ਦੀ ਗੱਲ ਹੀ ਕਰਦਾ ਵੀ ਪੰਜਾਬੀ ਸਾਰੇ ਇਹ ਚਾਹੁੰਦੇ ਹੀ ਆ ਵੀ ਕੁਝ ਪਰਿਵਾਰਾਂ ਤੋਂ ਇਹਨਾਂ ਕਮੇਟੀਆਂ ਦਾ ਖਹਿੜਾ ਛੁਡਾਇਆ ਜਾਵੇ। ਇਸ ਕਰਕੇ ਸਾਰਿਆਂ ਨੇ ਬਹੁਤ ਸਹਿਮਤੀ ਨਾਲ ਮਤੇ ਪਾਸ ਕਰਦੇ, ਸਾਰੀਆਂ ਸੰਸਥਾਵਾਂ ਨੇ। ਭਾਈ ਰਣਜੀਤ ਸਿੰਘ ਜਿਹੜੇ ਪਹਿਲਾਂ ਐਕਸ ਜਥੇਦਾਰ ਆ, ਤੇ ਨਾਲ ਉਹਨਾਂ ਦੇ ਅਲਾਇੰਸ ਜਿੰਨੇ ਵੀ ਆ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਆ।
ਇਹ ਬਦਲ ਆਉਣਾ ਚਾਹੀਦਾ। ਅਸੀਂ ਚੰਗਾ ਮਾੜਾ ਨਹੀਂ ਤੇ ਕਿਸੇ ਨੂੰ ਕਹਿ ਸਕਦੇ, ਚਲੋ ਐ ਨਹੀਂ ਹੋ ਸਾਨੂੰ ਨਹੀਂ ਬਿਲਕੁਲ। ਪਤਾ। ਅਸੀਂ ਇਹੀ ਕਹਿੰਦੇ ਵੀ ਬਦਲ ਆਉਣਾ ਚਾਹੀਦਾ ਆ। ਕੋਈ ਵੀ ਚੰਗੇ ਮਾੜੇ ਬੰਦੇ ਹੋਣੇ ਚਾਹੀਦੇ, ਜਿਹੜੇ ਬੰਦੇ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ। ਸਾਰਿਆਂ ਨੇ ਇਹੀ ਕਿਹਾ ਵੀ ਐਕਸ ਜਥੇਦਾਰ ਭਾਈ ਰਣਜੀਤ ਸਿੰਘ ਪਲੱਸ ਜਿਹੜੇ ਉਹਨਾਂ ਦੇ ਇੱਕ ਬਹੁਤ ਹੀ ਚੰਗੇ ਕਿਰਦਾਰ ਵਾਲੇ ਬੰਦੇ ਆ, ਜਿਨ੍ਹਾਂ ਦੀ ਕਿ ਸਪੋਰਟ ਕਰਨੀ ਚਾਹੀਦੀ ਆ। ਸਾਰਿਆਂ ਨੇ ਇਹ ਇੱਕ ਬੇਨਤੀ ਸਾਰਿਆਂ ਨੂੰ ਕੀਤੀ ਹੈ ਜੀ। ਇਸ ਤੋਂ ਇਲਾਵਾ ਆਪਾਂ ਖੇਡਾਂ ਦੀ ਗੱਲ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਕਦੋਂ ਓਲੰਪਿਕ ਗੇਮਾਂ ਜਿਹੜੀਆਂ ਹੋਣ ਜਾ ਰਹੀਆਂ ਨੇ, ਕਿਹੜੀਆਂ ਗੇਮਾਂ ਦੀਆਂ ਜਿਹੜੀਆਂ ਇਹ ਖੇਡਾਂ ਹੋਣਗੀਆਂ? ਹਾਂਜੀ, ਜਦੋਂ ਜਾਪਾਨ ਦੇ ਵਿੱਚ ਖੇਡਾਂ ਸ਼ੁਰੂ ਹੁੰਦੀਆਂ ਤੇ 2032 ਦੇ ਵਿੱਚ ਜੀ 2032 ਦੇ ਵਿੱਚ ਓਲੰਪਿਕ ਗੇਮਸ ਹੋਣਗੀਆਂ ਜੀ। ਇਹ ਬ੍ਰਿਸਬਨ ਦੇ ਵਿੱਚ, ਜਿੱਥੇ ਇੱਕ ਬਹੁਤ ਵਧੀਆ ਦੁਨੀਆ ਦਾ ਦੇਖਣ ਵਾਲਾ 골ਡ ਕੋਸਟ ਆ। ਕੋਸਟ ਜਿਹੜੀ ਉਹ ਸਾਰੀ 골ਡ ਆ ਭਾਜੀ ਉੱਥੇ ਜਿਹੜਾ ਅਸਰ ਆ। ਤੇ ਅਸੀਂ ਉਹਦੇ ਨਾਲ ਬੜਾ ਇਕਨੋਮੀ ਨੂੰ ਬੜੇ $1 ਬਿਲੀਅਨ ਦਾ ਫਾਇਦਾ ਹੁੰਦਾ ਆ। ਜਿੱਥੇ ਮੈਂ ਬੇਨਤੀ ਕਰਨੀ ਸੀਗੀ ਇੱਕ ਸਾਰੀ ਗਵਰਨਮੈਂਟ ਨੂੰ, ਪੰਜਾਬ ਦੀ, ਇੰਡੀਆ ਦੀਆਂ ਨੂੰ ਵੀ, ਪਰ ਦੇਖਿਆ ਵੀ ਹੁਣ ਤੁਸੀਂ ਜਦੋਂ ਜਿੱਤ ਕੇ ਆ ਜਾਂਦੇ ਆ ਮੈਡਲ ਲੈ ਕੇ ਸਾਡੇ ਬੱਚੇ ਜਾਂ ਸਾਡੇ ਸਪੋਰਟਸਮੈਨ, ਉਹਨਾਂ ਨੂੰ ਬੜਾ ਕਰਦੇ ਆ, ਕਰਨਾ ਚਾਹੀਦਾ। ਪਰ ਸਾਡੇ ਗਵਰਨਮੈਂਟਾਂ ਹੋਰ ਤਰ੍ਹਾਂ ਕਰਦੀਆਂ। ਅਸੀਂ ਉਹਨਾਂ ਨੂੰ ਜਿੱਦਾਂ ਹੁਣ ਤੋਂ ਇਹਨਾਂ ਨੇ ਉੱਥੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਉਹਦੇ ਬਜਟ ਆ, ਸਟ੍ਰੈਟਜੀ ਜਿੰਨੀਆਂ ਵੀ ਹੈਗੀਆਂ ਉਹ ਹੁਣ ਤੋਂ ਬਣਾਉਣੀਆਂ ਸ਼ੁਰੂ ਕਰਤੀਆਂ। ਉਹਨਾਂ ਦੇ ਪੈਸਾ ਹੁਣ ਤੋਂ ਪਲੇਅਰਾਂ ਤੇ ਲਾਉਂਗੇ ਤਾਂ ਹੀ ਤੁਹਾਨੂੰ 2, 3, 4 ਸਾਲਾਂ 'ਚ ਰਿਜ਼ਲਟ ਦੇਣਗੇ। ਸੋ ਇੱਥੇ ਬੇਨਤੀ ਆ ਸਾਰੀਆਂ ਸਥਾਨਕ ਸਰਕਾਰਾਂ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ, ਇਹਨਾਂ ਬੱਚਿਆਂ ਤੇ 2-2, 4-4 ਕਰੋੜ ਜੇ ਤੁਸੀਂ ਪਹਿਲਾਂ ਲਾਉਂਗੇ ਵਧੀਆ ਸਹੂਲਤਾਂ ਦਿਓਗੇ ਤਾਂ ਤੁਹਾਨੂੰ ਹੋਰ ਵੀ ਵਧੀਆ ਗੋਲਡ ਮੈਡਲ ਆਉਣਗੇ। ਇਹ ਇੱਕ ਇੱਥੇ ਦਾ ਜਿਹੜਾ ਤੁਹਾਨੂੰ ਮੈਂ ਇੱਧਰ ਵੀ ਜਿਹੜਾ ਹੋਣਾ ਚਾਹੀਦਾ ਆਮ ਲੋਕਾਂ ਨੂੰ ਜਾਂ ਸਪੋਰਟਸ ਵਿੰਗਾਂ ਨੂੰ, ਜਿਹੜੀਆਂ ਕਮੇਟੀਆਂ, ਉਹਨਾਂ ਨੂੰ ਇੱਧਰ ਪੁਰਜੋਰ ਬੇਨਤੀ ਆ ਵੀ ਪਹਿਲਾਂ ਹੀ ਪ੍ਰਾਇਰ ਟੂ ਇਹਦੀ ਗੇਮ 2-3 ਸਾਲ ਪਹਿਲਾਂ ਉਹਨਾਂ ਤੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਕਰਨੈਲ ਜੀ, ਇੱਕ ਆਸਟ੍ਰੇਲੀਆ ਦੇ ਵਿੱਚ MC ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਕਿੰਨੇ ਕੁ ਪੰਜਾਬੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰਨਗੇ? ਕਦੋਂ 'ਚ ਇਹ ਚੋਣਾਂ ਹੋਣ ਜਾ ਰਹੀਆਂ ਨੇ? ਇਹ ਹੈਗੀਆਂ ਜੀ ਅਕਤੂਬਰ ਦੇ ਵਿੱਚ ਹੋਣਗੀਆਂ। ਜਿਹੜੀਆਂ ਸਾਡੀਆਂ ਚੋਣਾਂ ਇੱਥੇ ਸਿਡਨੀ ਦੇ ਵਿੱਚ ਹੋਣੀਆਂ ਸੀਗੀਆਂ, ਲੋਕਡਾਊਨ ਹੋਣ ਕਰਕੇ ਉਹ ਪੋਸਟਪੋਨ ਹੋ ਗਈਆਂ। ਸਾਡੇ ਇੱਥੇ ਪਹਿਲੇ ਜਿਹੜੇ MC ਹੈਗੇ ਆ ਮਨਿੰਦਰ ਸਿੰਘ ਹੋਣੀ, ਉਹ ਵੀ ਖੜੇ ਆ, ਤੇ ਨਾਲ ਇੱਕ ਖੁਸ਼ਪਿੰਦਰ ਭੈਣ ਜੀ ਆ, ਉਹ ਕਾਫੀ ਸੇਵਾਵਾਂ ਕਰਦੇ, ਬਹੁਤ ਦੇਰ ਤੋਂ 79 ਤੋਂ ਇੱਥੇ ਆਏ ਹੋਏ ਆ, ਉਹ ਵੀ ਮੈਦਾਨ 'ਚ ਆ। ਪਰ ਇੱਥੇ ਦੀਆਂ ਪੋਸਟਪੋਨ ਹੋ ਗਈਆਂ। ਪਰ ਪਰਥ ਦੇ ਵਿੱਚ, ਪੱਛਮੀ ਆਸਟ੍ਰੇਲੀਆ ਦੇ ਵਿੱਚ ਸਾਡੇ ਜੰਗਮੈਨ ਆ ਪ੍ਰਭਜੋਤ ਸਿੰਘ ਭੌਰ, ਉਹਨਾਂ ਦੀ ਕਾਫੀ ਚੜ੍ਹਾਈ ਆ। 2-2, 250 ਬੰਦਾ ਨੁੱਕੜ ਮੀਟਿੰਗਾਂ ਦੇ ਵਿੱਚ ਆ ਰਿਹਾ ਆ। ਸਾਰੇ ਉਹਨਾਂ ਦਾ ਸਹਿਯੋਗ ਦੇ ਰਹੇ ਆ। ਇੱਥੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਜਿੱਥੇ ਵੀ ਆਪਣੇ ਪੰਜਾਬੀ ਪਹਿਲੀ ਵਾਰੀ ਮੈਦਾਨ 'ਚ ਉਤਰਦੇ ਆ, ਲੋਕਲ ਸਰਕਾਰਾਂ ਦੇ ਵਿੱਚ ਉਹਨਾਂ ਨੇ 5-6 ਸਾਲਾਂ ਤੋਂ ਬੜੀਆਂ ਸੇਵਾਵਾਂ ਕੀਤੀਆਂ। ਲੋਕਲ ਜਿਹੜੇ ਸਮਾਲ ਬਿਜ਼ਨਸਮੈਨ ਨੇ, ਈਵਨ ਗੋਰੇ ਵੀ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦੇ ਆ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹਨਾਂ ਦਾ ਵੱਧ ਤੋਂ ਵੱਧ ਚੜ੍ਹ ਕੇ ਸਹਿਯੋਗ ਦਿਓ। ਤੇ ਕਈ ਵਾਰੀ ਇੱਦਾਂ ਵੀ ਹੋ ਜਾਂਦੀ ਆ, ਇੱਦਾਂ ਅੱਗੇ ਹੋਈ ਮੈਲਬੌਰਨ ਦੇ ਵਿੱਚ ਵੀ ਕੁਛ ਇੱਕ ਬੰਦੇ ਸਾਡੇ ਜਿਹੜੇ ਜਿੱਤਣ ਵਾਲੇ ਨਹੀਂ ਸਕਦੇ, ਪਰ ਇੱਥੇ ਕਹਿ ਤਾਂ ਨਹੀਂ ਸਕਦੇ ਵੀ ਕੋਈ ਜਿੱਤਣ ਵਾਲਾ ਨਹੀਂ ਹੁੰਦਾ, ਸਾਰੇ ਜਿੱਤਣ ਵਾਲੇ ਹੁੰਦੇ ਆ। ਪਰ ਦੇਖਦਿਆਂ ਹੋਇਆਂ ਉਹਨਾਂ ਨੂੰ ਉਹਨਾਂ ਦੇ ਮੁਕਾਬਲੇ 'ਚ ਨਹੀਂ ਆਉਣਾ ਚਾਹੀਦਾ। ਇਹ ਬੇਨਤੀ ਆ ਵੀ ਰਲ ਮਿਲ ਕੇ ਇਹ, ਪਰ ਪ੍ਰਭਜੋਤ ਭੌਰ ਦੀਆਂ ਨੁੱਕੜ ਮੀਟਿੰਗਾਂ ਚੜ੍ਹਦੀ ਕਲਾ ਦੇ ਵਿੱਚ ਆ, ਤੇ ਸਾਰੇ ਅਸੀਂ ਆਸਟ੍ਰੇਲੀਆ ਲੈਵਲ ਤੋਂ ਉਹਨਾਂ ਦਾ ਸਮਰਥਨ ਕਰਦੇ ਆ। ਉਹ ਸਾਡੇ ਨਵੇਂ MC ਜਿਹੜੇ ਹੋਣਗੇ ਜੀ, ਆਸ ਕਰਦੇ ਮਹਾਰਾਜ ਤੋਂ ਜੀ। ਬਹੁਤ ਬਹੁਤ ਧੰਨਵਾਦ। ਤੁਸੀਂ ਆਸਟ੍ਰੇਲੀਆ ਡੇਅਰੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰ ਹਫਤੇ ਜੁੜਦੇ ਹੋ ਤੇ ਮੁੱਦਿਆਂ ਤੇ ਸਹੀ ਸਾਡੇ ਜਿਹੜੇ ਦਰਸ਼ਕ ਨੇ, ਸੁਣਨ ਵਾਲੇ, ਉਹਨਾਂ ਨੂੰ ਜਾਣਕਾਰੀ ਦਿੰਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਸਾਰੇ ਦੇਖਣ ਵਾਲਿਆਂ ਦਾ ਆਪਣੇ ਸੁਝਾਅ ਜ਼ਰੂਰ ਦਿਆ ਕਰੋ। ਤੁਹਾਡੇ ਸੁਝਾਅ ਵੀ ਥੱਲੇ ਜੇ ਆ ਜਾਣਗੇ ਤਾਂ ਇਹ ਜਿਹੜੀ ਆਵਾਜ਼ ਆ ਸਾਰੇ ਕਿਤੇ ਉੱਥੇ ਜਾਊਗੀ, ਸਾਰਿਆਂ ਦੇ ਭਲੇ ਲਈ। ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਦਾ ਭਲਾ ਜੀ। ਇਹ ਸਨ ਕਰਨੈਲ ਸਿੰਘ ਜੀ, ਜੋ ਆਸਟ੍ਰੇਲੀਆ ਤੋਂ ਸਾਡੇ ਨਾਲ ਹਰ ਪ੍ਰੋਗਰਾਮ ਦੇ ਵਿੱਚ ਸਿੱਧਾ ਆਸਟ੍ਰੇਲੀਆ ਤੋਂ ਲਾਈਵ ਜੁੜਦੇ ਨੇ। ਉਹਨਾਂ ਨੇ ਕਰੋਨਾ ਦੇ ਅੰਕੜਿਆਂ ਬਾਰੇ ਵੀ ਦੱਸਿਆ ਵੀ ਕਰੋਨਾ ਦੇ ਅੰਕੜੇ ਕਿਸ ਤਰ੍ਹਾਂ ਵੱਧ ਰਹੇ ਨੇ, ਸਰਕਾਰ ਵੈਕਸੀਨ ਦਾ ਕਿਸ ਤਰ੍ਹਾਂ ਪ੍ਰਬੰਧ ਕਰ ਰਹੀ ਆ। ਨਾਲ ਦੀ ਨਾਲ ਉੱਥੇ ਜਿਹੜੇ ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਉਹਨਾਂ ਦੇ ਵੱਲੋਂ ਅਹਿਮ ਮਤੇ ਪਾਏ ਗਏ ਨੇ। ਸੰਯੁਕਤ ਕਿਸਾਨ ਮੋਰਚੇ ਨੂੰ ਵੀ ਮਤਾ ਇੱਕ ਭੇਜਿਆ ਗਿਆ। ਨਾਲ ਦੀ ਨਾਲ ਜਿਹੜੇ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਸ ਬਾਰੇ ਵੀ ਉੱਥੇ ਦੀਆਂ ਜਥੇਬੰਦੀਆਂ ਨੇ ਮਤਾ ਪਾਸ ਕੀਤਾ। ਉਹਨਾਂ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸਮਰਥਨ ਦੇਣ ਦਾ ਜਿਹੜਾ ਐਲਾਨ ਕੀਤਾ ਹੈ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਹਫਤੇ ਆਸਟ੍ਰੇਲੀਆ ਡੈਰੀ ਦੇ ਵਿੱਚ ਨਵੇਂ ਮੁੱਦਿਆਂ ਤੇ ਚਰਚਾ ਕਰਾਂਗੇ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।